ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁੱਡ ਆਫਟਰਨੂਨ ਟੂ ਆਲ ਦ ਸਟੂडेंट्स। ਬੱਚੇ ਕੱਲ ਜਿਹੜੇ ਬੱਚਾ ਕਹਿ ਰਿਹਾ ਸੀ ਨਾ ਕਿ ਮੈਂ ਕੱਲ ਜਾਪ ਸੇਵਾ ਲੈ ਲੈਣੀ ਹੈ, ਜਾਪ ਸੇਵਾ ਲੈਣੀ ਹੈ, ਪਲੀਜ਼ ਉਹ ਸਟਾਰਟ ਕਰ ਦੋ। ਕੱਲ one of you were asking about can I do ਜਾਪ ਸੇਵਾ tomorrow। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਕਮਲਜੀਤ ਬੇਟੇ ਜੁੜੇ ਰਹੋ। ਹਾਂਜੀ ਮੈਮ। ਕਿਹੜੀ ਕਲਾਸ ਪੜ੍ਹਦੇ ਹੋ ਬੱਚੇ? +1 ਜੀ। +1। ਕਿਹੜੇ ਸਬਜੈਕਟਸ ਨੇ ਤੁਹਾਡੇ ਕੋਲ? ਆਰਟਸ ਹੈ ਮੈਮ। ਆਰਟਸ ਹੈ, ਠੀਕ ਹੈ। ਹਾਂਜੀ। ਤੇ ਕਿੱਥੇ ਹੈ, ਕਿਹੜੇ ਜ਼ੋਨ ਤੋਂ ਹੋ ਤੁਸੀਂ? ਮਾਨਸਾ ਤੋਂ। ਮਾਨਸਾ। ਇਹ ਕਿੱਥੇ ਹੈਗਾ? ਕਿ ਇਹਦੇ ਨੇੜੇ ਹੋਰ ਕਿਹੜਾ ਹੈ ਜ਼ਿਲ੍ਹਾ? ਕਿਸ ਸਾਈਡ ਵੱਲ ਨੂੰ ਹੈ ਲੁਧਿਆਣੇ ਤੋਂ? ਬਰਨਾਲੇ ਵੱਲ? ਬਰਨਾਲੇ ਵੱਲ। ਅੱਛਾ ਜੀ, ਹਾਂਜੀ। ਠੀਕ ਹੈ, ਠੀਕ ਹੈ ਬੇਟੇ, ਥੈਂਕ ਯੂ। ਆਈ ਐਮ ਗੋਇੰਗ ਟੂ ਸ਼ੇਅਰ ਮਾਈ ਸਕਰੀਨ। ਹਾਂਜੀ ਗਗਨਦੀਪ, ਤੁਹਾਡਾ ਸਵਾਲ ਹੈ ਬੇਟੇ ਕੋਈ? ਗੁੱਡ ਈਵਨਿੰਗ ਮੈਮ। ਗੁੱਡ ਈਵਨਿੰਗ ਮੈਮ, ਕੱਲ ਮੈਂ ਸਵਾਲ ਪੁੱਛਿਆ ਸੀਗਾ, ਕੱਲ ਜੋ ਆਪਾਂ ਐਗਜ਼ਾਮਪਲਸ ਕੀਤੀਆਂ ਸੀਗੀਆਂ ਨਰੇਸ਼ਨ ਦੀਆਂ, ਮੈਮ ਉਹਦੇ ਵਿੱਚ ਆਪਾਂ ਇੱਕ ਸੈਂਟੈਂਸ ਕੀਤਾ ਸੀਗਾ, ਹੀ ਸੈਡ ਟੂ ਮੀ ਯੋਰ ਫਰੈਂਡਸ ਕੇਮ ਯੈਸਟਰਡੇ, ਔਰ ਉਹ ਚੇਂਜ ਕੀਤਾ ਸੀਗਾ ਡਾਇਰੈਕਟ ਦੇ ਵਿੱਚ, he told me that my friends come the previous। ਮੈਮ ਆਪਾਂ came to come ਕਿਉਂ ਕੀਤਾ? ਬੱਚੇ ਕਮ ਨਹੀਂ ਹੈ, had come ਹੋਏਗਾ। My friends had come। ਮੈਮ ਯੈਸ, ਤੁਸੀਂ ਉਹੀ ਸੋਚਦੇ ਪਏ ਸੀ। ਹਾਂ, had come ਹੋਏਗਾ ਬੱਚੇ ਉੱਥੇ। I think ਮੈਂ had come ਹੀ ਲਿਖਿਆ ਸੀ। ਹਾਂ, ਉਹ ਪਰਫੈਕਟ ਵੀ ਚੇਂਜ ਹੋ ਜਾਂਦਾ ਹੈ ਨਾ, ਜਿਹੜਾ ਪਾਸਟ ਇੰਡੈਫਿਨਿਟ ਹੈ ਉਹ ਪਾਸਟ ਪਰਫੈਕਟ ਵੀ ਚੇਂਜ ਹੋ ਜਾਂਦਾ, ਤਾਂ had come ਸੀਗਾ। I think ਤੁਸੀਂ ਜਾਂ ਤਾਂ ਨੋਟ ਨਹੀਂ ਕੀਤਾ ਹੋਣਾ ਜਾਂ ਫਿਰ ਮੇਰੇ ਕੋਲੋਂ ਮਿਸ ਹੋ ਗਿਆ ਹੋਏਗਾ। I'll check। ਮੈਮ ਇਸ ਵੇਲੇ ਲੱਗਦਾ ਮੇਰੇ ਕੋਲ ਤੇ had come ਹੀ ਸੀਗਾ। ਹਾਂਜੀ, ਓਕੇ, ਥੈਂਕ ਯੂ ਮੈਮ। ਹਾਂਜੀ, ਓਕੇ ਜੀ। ਹੋਰ ਕਿਸੇ ਬੱਚੇ ਦਾ ਕੁਐਸਚਨ? ਕੱਲ ਬਹੁਤ ਸਾਰੇ ਕੁਐਸਚਨਸ ਰਹਿ ਗਏ ਸੀਗੇ, ਤੇ ਜੇ ਕਿਸੇ ਹੋਰ ਦਾ ਕੋਈ ਕੁਐਸਚਨ ਹੈ ਦੱਸ ਦਿਓ ਪਲੀਜ਼। ਇੱਕ ਹੋਰ ਹੈਂਡ ਵੀ ਰੇਜ਼ ਸੀਗਾ ਥੋੜੀ ਦੇਰ ਪਹਿਲੇ, 16181 ਜਾਂ ਹਾਂ, ਸਹਿਲੀਨ ਕੌਰ ਲਿਖ ਰਹੀ ਹੈ had come ਹੀ ਹੈ, ਠੀਕ ਹੈ। ਫਿਰ ਗਗਨ ਤੁਸੀਂ ਮਿਸ ਕਰ ਦਿੱਤਾ ਹੋਣਾ had ਨਾ। ਥੈਂਕ ਯੂ ਬੱਚੇ। ਓਕੇ, so we are going to start again vocab words and synonyms. So today's first word is benefit। BENEFIT, benefit। benefit ਹੁੰਦਾ ਲਾਭ, ਜਿਵੇਂ ਅਸੀਂ ਕਹਿੰਦੇ ਹਾਂ ਐਕਸਰਸਾਈਜ਼ ਦਾ ਕੀ ਬੈਨੀਫਿਟ ਹੈ। ਸੋ benefit means advantage, ਲਾਭ ਹੈ ਨਾ। ਐਕਸਰਸਾਈਜ਼ ਦਾ ਕੀ ਐਡਵਾਂਟੇਜ ਹੈ, ਐਕਸਰਸਾਈਜ਼ ਦਾ ਕੀ ਬੈਨੀਫਿਟ ਹੈ, ਟੀਵੀ ਦਾ ਕੀ ਲਾਭ ਹੈ, ਸਾਇੰਸ ਦੇ ਕੀ ਐਡਵਾਂਟੇजेस ਹੈ, ਡਿਸਐਡਵਾਂਟੇजेस ਹੈ ਨਾ। ਸੋ ਬੈਨੀਫਿਟ ਹੁੰਦਾ ਲਾਭ, benefit। ਓਕੇ, ਨੈਕਸਟ ਇਜ਼ bold। ਸੋ bold ਦਾ ਮਤਲਬ ਕੀ ਹੁੰਦਾ? brave, ਬਹਾਦਰ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਜਿਹੜੇ ਮੀਨਿੰਗ ਅਸੀਂ ਕਰ ਰਹੇ ਹਾਂ ਨਾ, ਜਿਹੜੇ ਵਰਡਸ ਦੇ ਮੀਨਿੰਗ, ਦੇ ਆਰ very near to the original word।
ਇਹ ਉਹਦੇ ਨੀਅਰ ਹੈ ਬਟ ਐਗਜ਼ੈਕਟ ਨਹੀਂ ਅਸੀਂ ਕਹਿ ਸਕਦੇ। ਜਿਵੇਂ ਅਸੀਂ ਕਿਹਾ ਉਹ ਬਹੁਤ ਬੋਲਡ ਹੈ, ਉਹ ਬਹੁਤ ਬਰੇਵ ਹੈ, ਅਸੀਂ ਬੋਲਡ ਨੂੰ ਬਰੇਵ ਕਹਿ ਸਕਦੇ ਹਾਂ। ਲੇਕਿਨ ਬੋਲਡ ਨੂੰ ਕਈ ਵਾਰ ਅਸੀਂ ਜਿਵੇਂ ਤੁਸੀਂ ਉਹਦੇ ਵਿੱਚ ਕਰਦੇ ਹੋ ਕੰਪਿਊਟਰ ਦੇ ਵਿੱਚ ਆਪਣੇ ਵਰਡ ਨੂੰ ਥੋੜਾ ਵੱਡਾ ਕਰ ਦਿੰਦੇ ਹੋ, ਉਹਨੂੰ ਬੋਲਡ ਕਰ ਦਿੰਦੇ ਹੋ। ਬੋਲਡ ਉਹ ਹੁੰਦਾ ਹੈ ਜੋ ਤੁਹਾਨੂੰ ਜ਼ਿਆਦਾ ਵੱਡਾ ਹੋ ਕੇ ਨਜ਼ਰ ਆ ਰਿਹਾ ਹੁੰਦਾ, ਬੋਲਡ। ਅਸੀਂ ਇਹ ਨਹੀਂ ਕਹਿੰਦੇ ਕਿ ਉਸ ਵਰਡ ਨੂੰ ਤੁਸੀਂ ਬਰੇਵ ਕਰ ਦਿੰਦੇ ਹੋ, ਹੈ ਨਾ। ਤੁਸੀਂ ਦੇਖਿਆ ਹੈਗਾ ਕੰਪਿਊਟਰ ਦੇ ਵਿੱਚ ਤੁਸੀਂ ਕਿਸੇ ਵਰਡ ਨੂੰ ਕਈ ਵਾਰ ਅਸੀਂ ਉਹਨੂੰ ਹਾਈਲਾਈਟ ਕਰ ਦਿੰਦੇ ਆ, ਬੋਲਡ ਕਰ ਦਿੰਦੇ ਆ, ਉਹ ਵੱਡਾ ਹੋ ਜਾਂਦਾ, ਥੋੜਾ ਹੋਰ ਮੋਟਾ ਹੋ ਜਾਂਦਾ ਹੈ ਨਾ। ਸੋ ਦੈਟ ਇਜ਼ ਬੋਲਡ। ਅਦਰਵਾਈਜ਼ ਬੋਲਡ ਦਾ ਮਤਲਬ ਹੁੰਦਾ ਬਰੇਵ, ਲਾਈਕ ਅਸੀਂ ਕਿਹਾ ਬਹੁਤ ਬੋਲਡ ਹੈ, ਮਤਲਬ ਬਰੇਵ ਹੈ। ਨੈਕਸਟ ਵਰਡ ਇਜ਼ ਬਰੀਫ। ਬਰੀਫ ਹੁੰਦਾ ਹੈ ਕਿਸੇ ਚੀਜ਼ ਨੂੰ ਛੋਟਾ ਦਾ ਛੋਟਾ ਹੋਣਾ। ਲਾਈਕ ਮੈਂ ਕਿਹਾ ਰਾਈਟ ਅ ਬਰੀਫ ਨੋਟ ਔਨ ਐਡਵਾਂਟੇजेस ਆਫ ਸਾਇੰਸ, ਸਾਇੰਸ ਦੇ ਜਾਂ ਐਡਵਾਂਟੇजेस ਆਫ ਟੈਲੀਵਿਜ਼ਨ, ਉਹਦੇ ਉੱਤੇ ਇੱਕ ਬਰੀਫ ਨੋਟ ਲਿਖੋ। ਬਰੀਫ ਹੁੰਦਾ ਹੈ ਜੋ ਜ਼ਿਆਦਾ ਗੱਲ ਛੋਟੇ ਵਿੱਚ ਕਹਿ ਦਿੱਤੀ ਜਾਵੇ, ਬਰੀਫ ਛੋਟੇ ਰੂਪ ਚ ਆਪਾਂ ਕਹਿੰਦੇ ਨੇ ਸੰਖੇਪ ਰੂਪ ਦੇ ਵਿੱਚ, ਤਾਂ ਉਹਨੂੰ ਅਸੀਂ ਕੀ ਕਹਿੰਦੇ ਆ, ਬਰੀਫ ਨੋਟ ਹੈ, ਸੰਖੇਪ ਵਿੱਚ ਲਿਖੋ ਇਹਦੇ ਬਾਰੇ, ਟੀਵੀ ਦੇ ਲਾਭ ਬਾਰੇ ਸੰਖੇਪ ਰੂਪ ਵਿੱਚ ਲਿਖੋ। ਸੋ ਉਹਨੂੰ ਕਹਿੰਦੇ ਬਰੀਫ। ਬਰੀਫ ਮੀਨਸ ਸ਼ਾਰਟ, ਸ਼ਾਰਟ। ਹੁਣ ਜਿਹੜਾ ਬਰੀਫ ਹੈ, ਜਿਵੇਂ ਅਸੀਂ ਕਹਿੰਦੇ ਬਰੀਫ ਸਟੋਰੀ, ਛੋਟੀ ਜੀ ਸਟੋਰੀ, ਸਟੋਰੀ ਨੂੰ ਬਰੀਫ ਕਰਕੇ ਲਿਖੋ, ਛੋਟਾ ਕਰਕੇ ਲਿਖੋ, ਹੈ ਨਾ। ਬਟ ਸ਼ਾਰਟ ਹੈ ਉਹ ਬਰੀਫ ਦਾ ਬਰੀਫ ਵੀ ਹੋ ਸਕਦਾ ਹੈ, ਬਟ ਸ਼ਾਰਟ ਅਸੀਂ ਵੈਸੇ ਵੀ ਯੂਜ਼ ਕਰ ਸਕਦੇ ਹਾਂ। ਜਿਵੇਂ ਅਸੀਂ ਕਿਹਾ ਜਿਵੇਂ ਉਹਦੀ ਹਾਈਟ ਉਹ ਸ਼ਾਰਟ ਹਾਈਟਡ ਹੈ, ਤੇ ਉੱਥੇ ਅਸੀਂ ਉਹਨੂੰ ਬਰੀਫ ਹਾਈਟਡ ਨਹੀਂ ਕਵਾਂਗੇ, ਹੈ ਨਾ। ਸ਼ਾਰਟ ਮੀਨਸ ਛੋਟਾ, ਉਹ ਕਿਸੇ ਰੂਪ ਵਿੱਚ ਵੀ ਛੋਟਾ। ਬਟ ਬਰੀਫ ਜਿਹੜਾ ਹੁੰਦਾ ਨਾ, ਬਰੀਫ ਅਸੀਂ ਕਿਸੇ ਦੀ ਗੱਲਬਾਤ ਨੂੰ, ਕਿਸੇ ਦੀ ਲਿਖਤ ਨੂੰ ਉਹਨੂੰ ਬਰੀਫ ਕਰ ਦਿੰਦੇ ਆ, ਹੈ ਨਾ। ਉਹਨੇ ਮੈਨੂੰ ਕੁਝ ਮੰਨ ਲਓ ਬਹੁਤ ਵੱਡਾ ਲੈਕਚਰ ਦਿੱਤਾ ਤੇ ਮੈਂ ਬਰੀਫ ਕਰਕੇ ਤੁਹਾਨੂੰ ਦੱਸਦਾ, ਸ਼ਾਰਟ ਕਰਕੇ ਦੱਸਦਾ ਤੁਹਾਨੂੰ। ਯਾਨੀ ਬਰੀਫ ਦੀ ਜਗ੍ਹਾ ਤੇ ਅਸੀਂ ਸ਼ਾਰਟ ਵਰਡ ਯੂਜ਼ ਕਰ ਸਕਦੇ ਹਾਂ, ਬਟ ਸ਼ਾਰਟ ਦੀ ਜਗ੍ਹਾ ਤੇ ਅਸੀਂ ਹਮੇਸ਼ਾ ਬਰੀਫ ਨਹੀਂ ਯੂਜ਼ ਕਰ ਸਕਦੇ, ਠੀਕ ਹੈ ਨਾ। ਮਤਲਬ ਅਸੀਂ ਕਹਿੰਦੇ ਕਿਸੇ ਦੀ ਗੱਲ ਨੂੰ ਬਰੀਫ ਕਰਕੇ ਦੱਸ ਦੋ, ਸ਼ਾਰਟ ਕਰਕੇ ਦੱਸ ਦੋ, ਠੀਕ ਹੈ। Next is calm, C-A-L-M, calm. Calm means shant, peaceful, shantidayak. Calm, C-A-L-M, calm. P-A-L-M, palm. ਪਹਿਲੇ ਵੀ ਅਸੀਂ ਕੀਤਾ ਸੀ ਹਥੇਲੀ, ਉਹਨੂੰ palm ਕਿਹਾ ਜਾਂਦਾ ਹੈ। B-A-L-M, balm. ਬਾਮ ਹੁੰਦਾ ਜੋ ਤੁਸੀਂ ਗਰੀਜ਼ੀ, ਜਿਵੇਂ ਮੱਥੇ ਤੇ ਹੈਡੇਕ ਹੁੰਦਾ ਅਸੀਂ ਬਾਮ ਅਪਲਾਈ ਕਰਦੇ ਹਾਂ, ਅਸੀਂ ਲਿਪ ਬਾਮ ਯੂਜ਼ ਕਰਦੇ ਹਾਂ, that is balm. Calm, palm. So ਇਹਦੇ ਵਿੱਚ L is silent. So calm means peaceful. Peace ਮਤਲਬ ਸ਼ਾਂਤੀ, ਬਿਲਕੁਲ ਸ਼ਾਂਤ। Capture. Next is capture. Capture ਦਾ ਮਤਲਬ ਹੁੰਦਾ ਹੈ seize, S-E-I-Z-E, seize. Seize ਦਾ ਮਤਲਬ ਹੁੰਦਾ ਹੈ, capture ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਜ਼ਬਤ ਕਰ ਲੈਣਾ। ਆਪਾਂ ਇੱਕ ਵਾਰ ਪੁੱਛਿਆ ਸੀ ਨਾ ਕਿਸੇ ਬੱਚੇ ਨੇ ਕਿ ਉਹਨੂੰ ਗ੍ਰੈਬ ਕਰ ਲੈਣਾ, ਕੈਪਚਰ ਕਰ ਲੈਣਾ, ਹੈ ਨਾ, ਜ਼ਬਤ ਕਰ ਲੈਣਾ, ਹੈ ਨਾ। The truck was seized, ਟਰੱਕ ਨੂੰ ਸੀਜ਼ ਕਰ ਲਿਆ ਗਿਆ, ਜ਼ਬਤ ਕਰ ਲਿਆ ਗਿਆ, ਠੀਕ ਹੈ। ਸੋ ਕੈਪਚਰ ਮੀਨਸ ਜ਼ਬਤ ਕਰਨਾ, ਸੀਜ਼ ਕਰਨਾ, ਓਕੇ, ਕੈਪਚਰ। Next is cause. Cause means ਕਾਰਨ, ਤੇ cause ਦਾ ਮਤਲਬ verb ਹੋਵੇ ਤਾਂ ਕਾਰਨ ਬਣਨਾ। ਹਾਂਜੀ, ਹਾਂ, ਕਿਰਨਦੀਪ ਕੌਰ ਇੱਕ ਲਿਖਣਾ ਹੈ ਕੈਪਚਰ ਅ ਪਿਕਚਰ, ਬਿਲਕੁਲ ਸਹੀ ਗੱਲ ਹੈ। ਕੈਪਚਰ ਕਰਨਾ ਪਿਕਚਰ ਨੂੰ, ਆਪਣੇ ਕੈਮਰਾ ਦੇ ਵਿੱਚ ਕੈਦ ਕਰ ਲੈਣਾ, ਕੈਪਚਰ ਕਰ ਲੈਣਾ, ਹੈ ਨਾ। ਅਸੀਂ ਕਹਿੰਦੇ ਨਾ ਮੈਂ ਇੱਕ ਬੜੀ ਸੋਹਣੀ ਜਿਹੀ ਪਿਕਚਰ ਆਪਣੇ ਕੈਮਰੇ 'ਚ ਕੈਦ ਕਰ ਲਈ, ਕੈਪਚਰ ਕਰ ਲਈ। ਸੋ ਦੈਟ ਇਜ਼ ਦ ਮੀਨਿੰਗ, ਠੀਕ ਹੈ। cause, cause ਹੁੰਦਾ ਹੈ ਕਾਰਨ। What is the cause behind his illness? ਉਹਦੀ ਬਿਮਾਰੀ ਪਿੱਛੇ ਕੀ ਕਾਰਨ ਹੈ? What is the reason behind his sadness? ਉਹਦੀ ਉਦਾਸੀ ਪਿੱਛੇ ਕੀ ਕਾਰਨ ਹੈ? So cause means reason, ਠੀਕ ਹੈ। Capture ਦਾ meaning, ਬੱਚੇ capture ਦਾ ਮਤਲਬ ਜ਼ਬਤ ਕਰ ਲੈਣਾ ਕਿਸੇ ਚੀਜ਼ ਨੂੰ। Capture ਦਾ meaning ਹੁੰਦਾ ਹੈ ਜ਼ਬਤ ਕਰ ਲੈਣਾ ਕਿਸੇ ਨੂੰ, seize ਕਰ ਲੈਣਾ, S-E-I-Z-E, seize, ਆਪਣੇ ਕਬਜ਼ੇ 'ਚ ਲੈ ਲੈਣਾ, capture। ਬੋਲਡ ਦਾ ਮੀਨਿੰਗ ਬਹਾਦਰ, ਖੁਸ਼ਪ੍ਰੀਤ ਕੌਰ, ਬੋਲਡ ਮੀਨਿੰਗ ਬਹਾਦਰ। ਬੋਲਡ ਦਾ ਮਤਲਬ ਬਰੇਵ, ਬਹਾਦਰ, ਠੀਕ ਹੈ। ਔਰ ਬੋਲਡ ਦਾ ਮਤਲਬ ਇਹ ਵੀ ਹੁੰਦਾ ਜਿਵੇਂ ਪੈਨਸਿਲ ਨਾਲ ਤੁਸੀਂ ਆਪਣੇ ਲੈਟਰਸ ਨੂੰ ਬੋਲਡ ਕਰ ਦਿੰਦੇ ਹੋ ਕਈ ਵਾਰ, ਉਹ ਹੁੰਦਾ ਹੈ। ਬਟ ਅਗਰ ਇਹਦਾ ਮੀਨਿੰਗ ਇੰਗਲਿਸ਼ ਤੋਂ ਇੰਗਲਿਸ਼ ਕਰਨਾ ਤਾਂ ਅਸੀਂ ਕਹਿੰਦੇ ਆ ਬਰੇਵ। ਬੋਲਡ ਮੀਨਸ ਬਰੇਵ। ਹਾਂਜੀ ਗਗਨ ਬੋਲੋ ਜੀ।
ਮੈਮ ਜਿਹੜਾ ਸੀਜ਼ ਹੈ ਮੈਮ ਉਹ ਆਪਾਂ ਕਿਸ ਤਰ੍ਹਾਂ ਨੂੰ ਯੂਜ਼ ਕਰਦੇ ਆ? ਬੱਚੇ ਜਿਵੇਂ ਅਸੀਂ ਕਿਹਾ ਸਮਗਲਡ ਗੁੱਡਸ ਵਰ ਸੀਜ਼ਡ, ਜਿਹੜੀਆਂ ਗੁੱਡਸ ਸਮਗਲ ਹੋਈਆਂ ਸੀਗੀਆਂ, ਸਮਗਲਿੰਗ ਹੋਈ ਸੀ ਜਿਨ੍ਹਾਂ ਗੁੱਡਸ ਦੀ, ਦੇ ਵਰ ਸੀਜ਼ਡ, ਉਹਨਾਂ ਨੂੰ ਜ਼ਬਤ ਕਰ ਲਿਆ ਗਿਆ। ਦ ਟਰੱਕ ਆਫ ਓਪੀਅਮ, ਓਪੀਅਮ ਹੁੰਦਾ ਹੈ ਅਫੀਮ, ਅਫੀਮ was seized, ਅਫੀਮ ਦਾ ਟਰੱਕ ਜਿਹੜਾ ਉਹ ਸੀਜ਼ ਕਰ ਲਿਆ ਗਿਆ। ਸਮਝ ਗਏ? ਮੈਮ ਕੈਪਚਰ, ਕੈਪਚਰ ਜਿਵੇਂ ਕੈਪਚਰ ਹੁੰਦਾ ਹੈ ਜਿਸ ਤਰ੍ਹਾਂ ਅਸੀਂ ਜਿਵੇਂ ਹੁਣ ਇਹਨਾਂ ਨੇ ਐਗਜ਼ਾਮਪਲ ਦਿੱਤੀ, ਮੈਂ ਆਈ ਕੈਪਚਰਡ ਅ ਪਿਕਚਰ ਇਨ ਦਾ ਕੈਮਰਾ, ਮੈਂ ਕੈਮਰਾ ਦੇ ਵਿੱਚ ਪਿਕਚਰ ਨੂੰ ਕੈਪਚਰ ਕੀਤਾ। ਠੀਕ ਹੈ? ਯੈਸ ਮੈਮ। ਹਾਂ, ਕੈਪਚਰ ਦਾ ਮਤਲਬ ਹੀ ਆਪਣੇ ਕਬਜ਼ੇ 'ਚ ਲੈ ਲੈਣਾ, ਕਬਜ਼ੇ 'ਚ ਲੈ ਲੈਣਾ। ਕੈਪਚਰ ਦਾ ਮਤਲਬ ਹੁੰਦਾ ਹੈ ਕਬਜ਼ੇ 'ਚ ਲੈ ਲੈਣਾ। ਹੁਣ ਕਬਜ਼ੇ 'ਚ ਆਪਾਂ ਕਈ ਵਾਰ ਕਹਿੰਦੇ ਆ ਜਿਵੇਂ ਉਹਨੇ, ਉਸ ਬੱਚੇ ਨੇ ਮੇਰਾ ਦਿਲ ਕਬਜ਼ੇ 'ਚ ਲੈ ਲਿਆ ਆਪਣੇ, ਤਾਂ ਉੱਥੇ ਅਸੀਂ ਸੀਜ਼ ਨਹੀਂ ਯੂਜ਼ ਕਰਾਂਗੇ, ਉੱਥੇ ਕੈਪਚਰ ਕਰਾਂਗੇ। ਓਕੇ ਮੈਮ। ਮਤਲਬ ਕੈਪਚਰ ਨੂੰ ਅਸੀਂ ਮਨ ਲਈ ਵੀ ਯੂਜ਼ ਕਰ ਸਕਦੇ ਹਾਂ, ਚੀਜ਼ਾਂ ਲਈ ਵੀ ਯੂਜ਼ ਕਰ ਸਕਦੇ ਹਾਂ। ਜਿਹੜਾ ਸੀਜ਼ ਵਰਡ ਹੈ ਉਹ ਚੀਜ਼ਾਂ ਲਈ ਯੂਜ਼ ਹੁੰਦਾ ਹੈ, ਪਰ ਦੋਨਾਂ ਦਾ ਮੀਨਿੰਗ ਹੁੰਦਾ ਜ਼ਬਤ ਕਰ ਲੈਣਾ, ਕੈਦ ਕਰ ਲੈਣਾ। ਓਕੇ, ਥੈਂਕ ਯੂ ਹੈ ਨਾ, ਮੈਮ। ਜਿਵੇਂ ਵੀਡੀਓ ਕੈਪਚਰ ਹੋ ਗਈ, ਪਰ ਉੱਥੇ ਸੀਜ਼ ਜਿਹੜਾ ਹੈ ਨਾ, ਸੀਜ਼ ਹੁੰਦਾ ਹੈ ਵੀ ਕਿਸੇ ਚੀਜ਼ ਨੂੰ, ਕੋਈ ਏਦਾਂ ਦੀ ਚੀਜ਼ ਹੈ ਜਿਹੜੀ ਕਿ ਆਪਣੇ ਕਬਜ਼ੇ 'ਚ ਲੈ ਲਈ ਜਾਵੇ। ਜਿਵੇਂ ਤੁਹਾਨੂੰ ਦੱਸਿਆ ਮੈਂ ਟਰੱਕ ਨੂੰ ਸੀਜ਼ ਕਰ ਲਿਆ ਗਿਆ। ਸੀਜ਼ ਵਰਡ ਹੈ ਨਾ, ਥੋੜਾ ਜਿਹਾ ਉਹਨਾਂ ਚੀਜ਼ਾਂ ਲਈ ਯੂਜ਼ ਹੁੰਦਾ ਹੈ ਜਿਹੜੇ ਚੀਜ਼ਾਂ ਗਲਤ ਹੁੰਦੀਆਂ ਨੇ, ਤਾਂ ਅਸੀਂ ਉਹਨਾਂ ਨੂੰ ਕਬਜ਼ੇ 'ਚ ਲੈ ਲੈਂਦੇ, ਉੱਥੇ ਸੀਜ਼ ਲੱਗਦਾ। ਓਕੇ, ਥੈਂਕ ਯੂ ਮੈਮ। So cause, reason, then cautious, 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 cautious नहीं है, it is cautious. Cautious means careful. ये ਆਪਾਂ ਪਹਿਲੇ ਵੀ ਕੀਤਾ ਸੀ, be cautious, be alert, be careful. Cautious मतलब ਚੇਤਨ, ਧਿਆਨ ਨਾਲ, ਮਤਲਬ ਚੇਤਨ, alert, cautious. ਆਪਾਂ ਕਹਿੰਦੇ ਨਾ be cautious while walking on the road. ਰੋਡ ਤੇ ਜਾ ਰਹੇ ਹੋ, ਬੜੇ ਕੌਸ਼ੀਅਸ ਰਹਿਣਾ। ਠੀਕ ਹੈ? ਹਾਂਜੀ ਮਹਿਕਪ੍ਰੀਤ ਦੱਸੋ ਜੀ, ਕੀ ਕੁਐਸਚਨ ਹੈ ਤੁਹਾਡਾ? ਨੈਕਸਟ ਇਜ਼ ਸੈਂਟਰ। ਸੈਂਟਰ ਹੁੰਦਾ ਹੈ ਕੇਂਦਰ, ਤਾਂ ਸੈਂਟਰ ਦਾ ਮੀਨਿੰਗ ਆਪਾਂ ਕਹਿ ਰਹੇ ਹਾਂ ਮਿਡਲ। ਹੁਣ ਮਿਡਲ ਹੁੰਦਾ ਵਿੱਚ, ਸੈਂਟਰ ਦਾ ਮਤਲਬ ਵੀ ਵਿੱਚ, ਬਟ ਦੋਨਾਂ 'ਚ ਫਰਕ ਕੀ ਹੈ ਬੇਟੇ? ਸਿਨੋਨਿਮਸ ਹੈ। ਮੈਂ ਤੁਹਾਨੂੰ ਤਾਂ ਦੱਸਣੀ ਹੈ, ਕਈ ਵਾਰ ਤੁਹਾਨੂੰ ਇੰਗਲਿਸ਼ ਵਿੱਚ ਮੀਨਿੰਗਸ ਆ ਜਾਂਦੇ ਹੁੰਦੇ ਆ, ਜਾਂ ਜਿਵੇਂ ਤੁਹਾਡੀ ਆਈਲਸ ਦੇ ਵਿੱਚ ਵੀ ਕਈ ਵਾਰ ਤੁਹਾਨੂੰ ਇੰਗਲਿਸ਼ ਟੂ ਇੰਗਲਿਸ਼ ਮੀਨਿੰਗ ਪੁੱਛ ਲੈਂਦੇ, ਉੱਥੇ ਤੁਸੀਂ ਇਦਾਂ ਦੇ ਆਨਸਰ ਲਿਖ ਸਕਦੇ ਹੋ, ਬਟ ਐਕਚੁਅਲੀ ਇਹਨਾਂ ਦਾ ਮੀਨਿੰਗ ਥੋੜਾ ਜਿਹਾ ਡਿਫਰੈਂਟ ਹੈ। ਸੈਂਟਰ ਦਾ ਮਤਲਬ ਵੀ ਵਿੱਚ ਹੈ, ਜਿਵੇਂ ਅਸੀਂ ਕਿਹਾ ਉਹ ਦੋਨਾਂ ਦੇ ਸੈਂਟਰ ਵਿੱਚ ਖੜੀ ਸੀ, ਜਾਂ ਅਸੀਂ ਕਿਹਾ ਦੋਨਾਂ ਦੇ ਮਿਡਲ ਵਿੱਚ ਖੜੀ ਸੀ, ਬਟ ਮਿਡਲ ਦਾ ਮੀਨਿੰਗ ਜਿਹੜਾ ਹੁੰਦਾ ਉਹ ਦੋ ਚੀਜ਼ਾਂ ਦੇ ਵਿੱਚ ਹੁੰਦਾ ਹੈ। ਦੋਨਾਂ ਦਾ ਮਤਲਬ ਵਿੱਚ ਹੀ ਹੈ, ਵਿੱਚ। ਸੈਂਟਰ ਮਤਲਬ ਵਿੱਚ, ਮਿਡਲ ਮੀਨਸ ਵਿੱਚ। ਸੈਂਟਰ ਹੁੰਦਾ ਹੈ, ਹੁਣ ਜਿਵੇਂ ਤੁਸੀਂ ਸਰਕਲ ਹੈ ਕੋਈ, ਤਾਂ ਸਰਕਲ ਦਾ ਸੈਂਟਰ ਕੀ ਹੋਏਗਾ? ਹੈ ਨਾ, ਬਿਲਕੁਲ ਸੈਂਟਰ ਦੇ ਵਿੱਚ, ਕੇਂਦਰ। ਮਿਡਲ ਹੁੰਦਾ ਦੋ ਚੀਜ਼ਾਂ ਦੇ ਵਿੱਚ, ਲਾਈਕ ਤਿੰਨ ਚੀਜ਼ਾਂ, ਤਿੰਨ ਗਰਲਸ ਹੈ, ਜਿਵੇਂ ਅਸੀਂ ਇਹ ਵਾਲੀ ਫਿੰਗਰ ਨੂੰ ਅਸੀਂ ਮਿਡਲ ਫਿੰਗਰ ਕਹਿੰਦੇ ਹਾਂ, ਹੈ ਨਾ, ਇਹ ਦੋ ਬਰਾਬਰ ਨਹੀਂ, ਅਸੀਂ ਕਹਿੰਦੇ ਹਾਂ ਦਿਸ ਇਜ਼ ਮਿਡਲ ਫਿੰਗਰ। ਸੋ ਦੋ ਚੀਜ਼ਾਂ ਦੇ ਵਿਚਲੀ ਚੀਜ਼ ਨੂੰ ਅਸੀਂ ਮਿਡਲ ਕਹਿੰਦੇ ਹਾਂ। ਹਾਂ ਬਲਜੀਤ ਕੌਰ, ਕੌਸ਼ੀਅਸ ਦਾ ਮੀਨਸ ਚੇਤਨ, ਬਿਲਕੁਲ ਸਹੀ ਹੈ। ਠੀਕ ਹੈ? ਸੋ ਸੈਂਟਰ ਮੀਨਸ ਵੀ ਵਿੱਚ, ਮਿਡਲ ਮੀਨਸ ਵੀ ਵਿੱਚ, ਬਟ ਸੈਂਟਰ ਜਿਹੜਾ ਹੈ, ਸੈਂਟਰ ਵਿੱਚ ਕਿਹਦੇ, ਜਿਵੇਂ ਅਸੀਂ ਕਿਹਾ ਸਰਕਲ ਦਾ ਸੈਂਟਰ, ਸਰਕਲ ਮੀਨਸ ਗੋਲਾ, ਉਹਦਾ ਸੈਂਟਰ ਕੀ ਹੋਏਗਾ? ਯਾਨੀ ਉਹਦੇ ਆਸੇ ਪਾਸੇ ਤੇ ਵਿੱਚ ਸੈਂਟਰ। ਲਾਈਕ ਆਈ ਗਿਵ ਯੂ ਐਨ ਐਗਜ਼ਾਮਪਲ। ਮੰਨ ਲਓ ਮੈਂ ਤੁਹਾਨੂੰ ਕਿਸਦਾ, ਲਾਈਕ ਇੱਕ ਸਰਕਲ ਹੈ ਤੇ ਸਰਕਲ ਦਾ ਸੈਂਟਰ, ਤਾਂ ਵਿਚਲਾ ਕੀ ਕਵਾਂਗੇ ਅਸੀਂ? ਉਹਨੂੰ ਸੈਂਟਰ ਕਵਾਂਗੇ। ਮਿਡਲ ਕੀ ਹੋ ਗਿਆ? ਦੋ ਚੀਜ਼ਾਂ ਦੇ ਵਿਚਲੀ, ਮੀਨਿੰਗ ਦੋਨਾਂ ਦਾ ਸੈਂਟਰ ਆਫ ਅਰਥ, ਯਸ ਕਹਿ ਸਕਦੇ ਹਾਂ, ਹੈ ਨਾ। ਹਾਂ, ਮਿਡਲ ਮੀਨਸ ਮੱਧ, ਮੱਧ ਵਿੱਚ। ਠੀਕ ਹੈ, ਵੈਰੀ ਗੁੱਡ। ਨੈਕਸਟ ਹੈ ਸਰਟਨ। ਸਰਟਨ ਦਾ ਮਤਲਬ ਹੁੰਦਾ ਸ਼ੋਰ, ਨਿਸ਼ਚਿਤ ਰੂਪ ਨਾਲ। ਸਰਟਨ, ਸਰਟਨ ਮੀਨਸ ਨਿਸ਼ਚਿਤ। ਜਿਵੇਂ ਤੁਸੀਂ ਕਿਹਾ, will you do this for me? I said certainly, ਨਿਸ਼ਚਿਤ ਰੂਪ ਵਿੱਚ, surely. ਸੋ ਇਹਦਾ ਮੀਨਿੰਗ ਸੇਮ ਹੈ, certain means sure. ਮੈਂ sure ਸੀ, I was certain, ਮੈਂ ਨਿਸ਼ਚਿਤ ਸੀਗਾ ਕਿ ਏਦਾਂ ਕੰਮ ਹੋਣਾ ਹੈ, ਯਕੀਨਨ। ਵੈਰੀ ਗੁੱਡ। ਠੀਕ ਹੈ?
So certain, sure. Okay. Next is chance. Chance hunda hai mauka, that is opportunity. Opportunity. ठीक है, जिवें ਅਸੀਂ ਕਹਿੰਦੇ ਆ जॉब ਦੀ opportunity है ये, don't miss this chance, don't miss this opportunity. So opportunity means मौका. ठीक है. Benefit means advantage, लाभ. Bold means brave, बहादुर. Brief means short, छोटा. छोटे रूप विच जिवें ਅਸੀਂ कह दिंदे हैं. Calm means peaceful, शांत. Capture means seize, किसी चीज नू जब्त करना. Yes, very good. हाँ जी, 11440 जयमनदीप सिंह लिख रहे हैं. Seize the opportunity means, seize the opportunity, ये मैं दस दिया. हाँ जी. Capture means seize, जब्त कर लेना. Cause means reason, कारण. Cautious means careful, चेतन. Center means middle, which. Certain means sure, यकीनन, निश्चित रूप विच. Chance is opportunity. हाँ, हरनूर कौर पूछ रही है chance is possibility. Yes, of course. Chance जिवें ਅਸੀਂ कहने आ इस चीज दा chance है. Is there any chance? Is there any chance of my turn? मेरी turn आने दी कोई possibility है, कोई chance है? So है वैसे दा meaning opportunity ਹੁੰਦਾ भी कोई मौका है, but ਚਾਂਸ ਨੂੰ ਅਸੀਂ ਪੋਸਿਬਿਲਿਟੀ ਦੇ ਤੌਰ ਤੇ ਵੀ ਲੈਂਦੇ ਆ. ਵੈਰੀ ਗੁੱਡ ਕੁਐਸਚਨ. ਚਾਂਸ ਸਮਟਾਈਮਸ ਪੋਸਿਬਿਲਿਟੀ ਵੀ ਹੁੰਦਾ ਹੈ. ਉਹਦੇ ਇੱਥੇ ਆਉਣ ਦਾ ਕੋਈ ਚਾਂਸ ਹੈ, ਅਸੀਂ ਉਦੋਂ ਨਹੀਂ ਕਵਾਂਗੇ ਉਹਦੇ ਇੱਥੇ ਆਉਣ ਦੀ ਕੋਈ ਓਪਰਚ्युनिटी ਹੈ. ਵੈਰੀ ਵੈਰੀ ਨਾਈਸ. ਚਾਂਸ ਮੀਨਸ ਪੋਸਿਬਿਲਿਟੀ ਵੀ ਹੁੰਦਾ ਹੈ ਕਿ ਉਹਦਾ ਅੱਜ ਇੱਥੇ ਆਉਣ ਦਾ ਚਾਂਸ ਹੋ ਸਕਦਾ ਹੈ. ਸੋ ਦੈਟ ਮੀਨਸ ਉੱਥੇ ਪੋਸਿਬਿਲਿਟੀ ਨਹੀਂ, ਉਹਦੀ ਪ੍ਰੋਬੇਬਿਲਿਟੀ ਹੋ ਜਾਂਦੀ ਹੈ. ਗੈਟਿੰਗ ਮੀ ਹਰਨੂਰ ਕੌਰ? ਉਹਦੇ ਆਉਣ ਦੀ ਪ੍ਰੋਬੇਬਿਲਿਟੀ ਹੋ ਜਾਂਦੀ ਹੈ. ਠੀਕ ਹੈ. हाँ, possibility means probability, opportunity probability होती है, that is possibility. एक कोई गल है. ठीक है. So chance means opportunity also, and chance means possibility or probability also. ठीक है जी. हाँ जी. हुण उन्होंने पूछे seize the opportunity means मौके नू seize कर लो, जब्त कर लो. Seize the opportunity means मौके नू जब्त कर लो, कैद कर लो. ये मौका फिर आएगा कि नहीं आएगा. Seize the opportunity. Okay, Jaimandeep Singh, from where did you get this sentence? मैम वैसे ही पढ़िया सी, कोई पिक्चर च आया सी. हाँ, seize the opportunity, इस मौके नू जब्त कर. ठीक है. हाँ जी. Okay, so we'll come to our previous topic, and that is narration. So today we will do conversion मतलब बदलाव किदा. इंटरोगेटिव सेंटेंसेस ਨੂੰ ਅਸੀਂ ਕਿੱਦਾਂ ਕਨਵਰਟ ਕਰਦੇ ਹਾਂ ਇਨਟੂ ਇਨਡਾਇਰੈਕਟ ਸਪੀਚ. ਉਹਦੀ ਨਰੇਸ਼ਨ ਅਸੀਂ ਕਿੱਦਾਂ ਕਰਦੇ ਹਾਂ ਚੇਂਜ, ਉਹਨੂੰ ਡਾਇਰੈਕਟ ਤੋਂ ਇਨਡਾਇਰੈਕਟ ਕਿੱਦਾਂ ਕਰਦੇ ਹਾਂ. ਠੀਕ ਹੈ. ਸੋ ਰੀਡ ਦ ਫੋਲੋਇੰਗ ਐਗਜ਼ਾਮਪਲਸ. He said to me, are you going to Delhi tomorrow? उसने मैनू किया कल तुसी दिल्ली जा रहे हो. बच्चे, I am repeating this thing like again and again ਕਿ ਇਹ ਵਾਲੇ ਜਿਹੜੇ ਤੁਸੀਂ ਆਪਾਂ ਇੱਥੇ ਜਿਹੜੇ ਵੀ ਸੈਂਟੈਂਸਸ ਕਰਦੇ ਆ ਨਾ, ਉਹਨਾਂ ਨੂੰ ਜਦੋਂ ਵੀ ਤੁਸੀਂ ਲਿਖਦੇ ਹੋ ਪਲੀਜ਼ ਉਹਨਾਂ ਨੂੰ ਬੋਲਿਆ ਕਰੋ. ਠੀਕ ਹੈ. ਬੋਲਣ ਨਾਲ ਕੀ ਹੁੰਦਾ ਹੈ, ਉਹਨਾਂ ਤੁਹਾਡੇ ਸੈਂਟੈਂਸਸ ਦੀ ਪ੍ਰੈਕਟਿਸ ਹੋ ਜਾਂਦੀ ਹੈ. ਓਕੇ. ਸੋ ਜਿਹੜੇ ਵੀ ਸੈਂਟੈਂਸਸ ਆਪਾਂ ਕਰਦੇ ਆ ਨਾ, whenever you note them down in your notebook, ਜਾਂ ਤੁਸੀਂ ਇੱਥੋਂ ਰੀਡ ਕਰ ਰਹੇ ਹੋ ਜਾਂ ਤੁਸੀਂ ਬੈਠੇ ਹੋ ਮੇਰੇ ਨਾਲ ਰੀਡ ਕਰੋ ਉਹਨਾਂ ਨੂੰ ਨਾਲ. He said to me, are you going to Delhi tomorrow? ਕਈ ਵਾਰ ਕੀ ਹੁੰਦਾ ਸਾਨੂੰ ਸੈਂਟੈਂਸ ਜਿਹੜਾ ਦੇਖਣ ਨੂੰ ਬੜਾ ਈਜ਼ੀ ਲੱਗਦਾ ਹੈ, ਬਟ ਕਈ ਵਾਰ ਅਸੀਂ ਬੋਲਦੇ ਹੋਏ ਫੰਬਲ ਕਰ ਜਾਂਦੇ ਆ, ਅਟਕ ਜਾਂਦੇ ਆ. ਸਾਨੂੰ ਪੜ੍ਹਨਾ ਆਉਂਦਾ ਹੁੰਦਾ, ਅਸੀਂ ਅਟਕ ਜਾਂਦੇ ਆ. that is the reason ਕਿ ਅਸੀਂ ਰੀਡਿੰਗ ਦੀ ਮਤਲਬ ਬੋਲ ਕੇ ਅਸੀਂ ਨਹੀਂ ਪੜ੍ਹ ਰਹੇ. ਠੀਕ ਹੈ. He said to me, are you going to Delhi tomorrow? ਕਿ ਤੁਸੀਂ ਕੱਲ ਦਿੱਲੀ ਜਾ ਰਹੇ ਹੋ. ਇਹਨਾਂ ਨੂੰ ਅਸੀਂ ਕਿੱਦਾਂ ਕਨਵਰਟ ਕਰਨਾ ਹੈ? ਅਸੀਂ said to ਨੂੰ whenever there is a question in reported speech, ਅਗਰ reported speech ਦੇ ਵਿੱਚ question ਹੈ, ਠੀਕ ਹੈ, ਤਾਂ ਕੀ ਕਰਨਾ ਹੈ ਤੁਸੀਂ? ਜਿਹੜਾ said to ਹੈ ਉਹ ਕਿਹਦੇ ਵਿੱਚ ਚੇਂਜ ਹੋ ਜਾਂਦਾ ਹੈ? ask ਦੇ ਵਿੱਚ. ਪਹਿਲੀ ਗੱਲ ਬੇਟੇ ਮੈਨੂੰ ਆਨਸਰ ਨਾ ਕਰੋ ਪਲੀਜ਼, ਮੈਂ ਸਮਝਾ ਰਹੀ ਹਾਂ. ਤੁਸੀਂ ਤੁਹਾਡਾ ਧਿਆਨ ਨਾ ਮੈਸੇਜ ਟਾਈਪਿੰਗ ਵੱਲ ਜ਼ਿਆਦਾ ਹੁੰਦਾ ਹੈ,
ਫਿਰ ਇੱਥੋਂ ਕੋਈ ਚੀਜ਼ ਰਹਿ ਜਾਏਗੀ, ਮਿਸ ਹੋ ਜਾਏਗੀ, ਫਿਰ ਪਲੀਜ਼ ਇੱਥੇ ਮੈਸੇਜ ਵਾਰ-ਵਾਰ ਆਉਂਦੇ ਨਾ, ਮੈਨੂੰ ਡਿਸਟਰਬੈਂਸ ਹੁੰਦੀ ਹੈ, ਤੁਸੀਂ ਪਹਿਲੇ ਸੁਣ ਲਓ, ਮੈਨੂੰ ਪਤਾ ਤੁਹਾਨੂੰ ਸਮਝ ਆ ਗਈ ਹੈ, ਗੁੱਡ, ਪਰ ਜਿਨ੍ਹਾਂ ਨੂੰ ਸਮਝ ਨਹੀਂ ਆਈ ਨਾ ਉਹ ਡਿਸਟਰੈਕਟ ਹੋ ਜਾਂਦੇ ਆ। ਤੁਹਾਨੂੰ ਪਤਾ ਇਹਨੂੰ ਡਿਸਟਰੈਕਸ਼ਨ ਕਿਹਾ ਜਾਂਦਾ ਹੈ, ਜਿਹੜੀ ਚੀਜ਼ ਤੁਹਾਡਾ ਧਿਆਨ ਹਟਾ ਦਿੰਦੀ ਹੈ ਨਾ ਉਹਨੂੰ ਡਿਸਟਰੈਕਸ਼ਨ ਕਹਿੰਦੇ ਆ। ਮੈਂ ਬਾਰ-ਬਾਰ ਡਿਸਟਰੈਕਟ ਹੋ ਜਾਂਦੀ ਹਾਂ ਕਿਉਂਕਿ ਮੈਸੇਜ ਉਹ ਸਲਾਈਡ ਚੱਲ ਰਹੀ, ਮੈਸੇਜ ਉੱਪਰ ਸਕਰੋਲ ਹੋ ਰਹੇ ਹੁੰਦੇ ਨਾ ਤੇ ਮੈਨੂੰ ਡਿਸਟਰੈਕਸ਼ਨ ਹੋ ਜਾਂਦੀ ਹੈ। ਤੁਸੀਂ ਪਹਿਲੇ ਪਲੀਜ਼ ਸੁਣ ਲਓ, ਉਸ ਤੋਂ ਬਾਅਦ ਆਨਸਰਸ ਕਰ ਲਾਂਗੇ ਆਪਾਂ। He said to me, he asked me, asked आएगा, asked to नहीं आएगा, he asked me। ਹੁਣ ਕੀ ਹੋਏਗਾ, ਅਸੀਂ that ਨਹੀਂ ਲਗਾਉਂਦੇ, ਅਸੀਂ ਕੀ ਲਗਾਉਂਦੇ ਆ, whether or if। whether, WHETHER, whether ਲਗਾਉਂਦੇ ਆ ਜਾਂ if ਲਗਾਉਂਦੇ ਆ। ਉਸ ਤੋਂ ਬਾਅਦ ਅਸੀਂ ਸੈਂਟੈਂਸ ਨੂੰ ਇੰਟਰੋਗੇਟਿਵ ਚ ਨਹੀਂ ਰੱਖਦੇ, ਅਸੀਂ ਉਹਨੂੰ ਅਸਰਟਿਵ ਬਣਾ ਦਿੰਦੇ ਆ, ਡੈਕਲੇਰੇਟਿਵ ਬਣਾ ਦਿੰਦੇ ਆ। ਆਪਾਂ ਕੀਤੇ ਸੀ ਨਾ ਡੈਕਲੇਰੇਟਿਵ ਸੈਂਟੈਂਸਸ, ਡੈਕਲੇਰੇਟਿਵ ਹੁੰਦੇ ਆ ਮਤਲਬ ਸਿੰਪਲ ਫੁੱਲ ਸਟਾਪ ਵਾਲੇ ਬਣਾ ਦਿੰਦੇ ਆ ਉਹਨਾਂ ਨੂੰ। ਸਿੰਪਲ ਸੈਂਟੈਂਸ ਜਿਹਨੂੰ ਆਪਾਂ ਕਹਿੰਦੇ ਆ ਨਾ ਪੋਜ਼ਿਟਿਵ ਨੈਗੇਟਿਵ ਵਾਲੇ, ਅਸੀਂ ਉਹਨੂੰ ਸਿੰਪਲ ਸੈਂਟੈਂਸ ਚ ਕਨਵਰਟ ਕਰ ਦਿੰਦੇ ਆ, ਅਸੀਂ ਉਹਨੂੰ ਕੁਐਸਚਨ ਚ ਨਹੀਂ ਰਹਿਣ ਦਿੰਦੇ। ਕੁਐਸਚਨ ਵਿੱਚ ਕੀ ਹੁੰਦਾ, ਹੈਲਪਿੰਗ ਵਰਬ ਅੱਗੇ ਆ ਜਾਂਦੀ ਹੈ, ਮੇਨ ਵਰਬ ਪਿੱਛੇ ਚਲੀ ਜਾਂਦੀ ਹੈ। ਜਿਵੇਂ ਅਸੀਂ ਕਿਹਾ you are going to Delhi tomorrow, ਜਦੋਂ ਅਸੀਂ ਦਾ ਕੁਐਸਚਨ ਬਣਾਵਾਂਗੇ ਤਾਂ you are ਦੀ ਜਗ੍ਹਾ are you ਆ ਜਾਏਗਾ, ਹੈਲਪਿੰਗ ਵਰਬ ਅੱਗੇ ਆ ਜਾਂਦੀ ਹੈ ਨਾ। ਸੋ ਅਸੀਂ ਇਹ ਕੀ ਹੈ, ਇਹ ਇੰਟਰੋਗੇਟਿਵ ਸੈਂਟੈਂਸ ਹੈ। ਅਗਰ ਹੁੰਦਾ you are going to Delhi tomorrow ਤਾਂ ਇਹਨੂੰ ਅਸੀਂ ਅਸਰਟਿਵ ਜਾਂ ਡੈਕਲੇਰੇਟਿਵ ਸੈਂਟੈਂਸ ਕਹਿੰਦੇ ਆ। we had done in first class ਕਿ ਡੈਕਲੇਰੇਟਿਵ ਸੈਂਟੈਂਸ ਕੀ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਸਾਦੇ ਸੈਂਟੈਂਸ ਕਹਿੰਦੇ ਆ, ਜਿਹਦੇ ਵਿੱਚ ਇੱਕ ਡੈਕਲੇਰੇਸ਼ਨ ਹੈ ਕਿ ਇਹ ਕੰਮ ਹੋਇਆ ਜਾਂ ਨਹੀਂ ਹੋਇਆ। 4 ਤਰ੍ਹਾਂ ਦੇ ਸੈਂਟੈਂਸਸ ਹੁੰਦੇ ਆ, ਡੈਕਲੇਰੇਟਿਵ, imperative, interrogative and exclamatory। I'm repeating, declarative और assertive भी कहते हैं उन्होंने, interrogative ਜਿਹੜੇ question ਵਾਲੇ ਹੁੰਦੇ ਆ, imperative ਜਿਹਦੇ 'ਚ ਕੋਈ order, command, request ਹੁੰਦੀ ਹੈ, and exclamatory ਜਿਹਦੇ 'ਚ ਵਿਸਮੈ ਆਦਿ ਬੋਧਕ ਜਿਹਨੂੰ ਆਪਾਂ ਕਹਿੰਦੇ ਆ ਨਾ, ਜਿਹਦੇ 'ਚ sign of exclamation ਹੁੰਦਾ। So there are 4 types of sentences। ਜੇ ਕਿਸੇ ਨੂੰ ਨਹੀਂ ਪਤਾ ਤੇ ਆਪਾਂ ਇਹ ਨੈਕਸਟ ਕਲਾਸ ਵਿੱਚ ਵੀ ਕਰ ਸਕਦੇ ਹਾਂ, ਅਦਰਵਾਈਜ਼ ਮੈਂ ਕੈਂਪ ਦੀ ਫਰਸਟ ਕਲਾਸ ਦੇ ਵਿੱਚ ਕਰਵਾਇਆ ਸੀ। ਓਕੇ, ਅਸੀਂ ਫਿਰ ਇਹ ਸੈਂਟੈਂਸ ਨੂੰ ਅਸਰਟਿਵ ਬਣਾ ਦਿੰਦੇ ਆ, ਯਾਨੀ ਸਿੰਪਲ ਸੈਂਟੈਂਸ ਬਣਾ ਦਿੰਦੇ ਆ। he asked me, ਉਹਨੇ ਮੈਨੂੰ ਪੁੱਛਿਆ ਕਿ ਕੀ ਮੈਂ ਦਿੱਲੀ ਜਾ ਰਹੀ ਹਾਂ। whether, am I ਨਹੀਂ ਆਏਗਾ, ਫਿਰ I am ਆਏਗਾ, ਪਰ am ਆ ਨਹੀਂ ਸਕਦਾ ਕਿਉਂਕਿ ਬਾਰ ਪਾਸਟ ਹੈ, I was ਆਏਗਾ। ਫਿਰ ਦੇਖੋ he asked me whether ਜਾਂ ਇਹਦੀ ਜਗ੍ਹਾ ਤੇ if ਵੀ ਲੱਗ ਸਕਦਾ। if I was going to Delhi tomorrow ਕੀ ਬਣ ਜਾਏਗਾ, the next day। ਹੁਣ ਇਹ ਦੇਖ ਲਓ ਚੰਗੀ ਤਰ੍ਹਾਂ, ਤੁਹਾਨੂੰ ਇਹਦੇ ਵਿੱਚ ਕੋਈ ਡਾਊਟ ਹੈ ਤਾਂ ਪੁੱਛ ਲਓ। he said to me, are you going to Delhi tomorrow? he asked me if I was going to Delhi the next day। is it clear to everyone? ਮੈਮ ਹਾਂਜੀ ਹਾਂਜੀ ਮੈਮ ਵੈਦਰ ਤੇ ਇਫ ਅਸੀਂ ਜੋ ਮਤਲਬ ਕਿ ਇਹਨਾਂ ਦੋਵਾਂ ਚ ਜੋ ਮਰਜ਼ੀ ਯੂਜ਼ ਕਰਦੇ, ਕੋਈ ਕੋਈ ਰੂਲ ਤੇ ਨਹੀਂ ਇਹਦਾ ਕਿ ਇਹ ਆਉਣ ਤੇ ਹੋਏਗਾ? ਠੀਕ ਹੈ, ਹਾਂ, both are equally correct। ਓਕੇ ਮੈਮ। हाँ, he asked me whether I was going to Delhi, he asked me if I was going to Delhi। ਓਕੇ ਮੈਮ, ठीक है, ਓਕੇ ਮੈਮ, ਥੈਂਕ ਯੂ। हाँ जी, कमलजीत कौर मैम said ਨੂੰ ਚੇਂਜ ਕਰਕੇ asked। हाँ, said to ਕੀ ਬਣ ਜਾਏਗਾ, asked, ਕਿਉਂਕਿ ਕੁਐਸਚਨ ਹੈ, ਕੁਐਸਚਨ ਦੇ ਵਿੱਚ। ਠੀਕ ਹੈ, हाँ जी ਸੈਲੀਨ ਕੌਰ ਦੱਸੋ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਮ ਜਿਵੇਂ ਸੈਟ ਟੂ ਹੁਣ ਫਸਟ ਸਾਡਾ ਜਿਹੜਾ ਰੂਲ ਹੋ ਗਿਆ ਕਿ ਆਸਕਡ ਵਿੱਚ ਚੇਂਜ ਹੋ ਜਾਏਗਾ, ਹਾਂ, ਤੇ ਮੈਮ ਨੈਕਸਟ ਮਤਲਬ ਆਪਾਂ ਇਹ ਯਾਦ ਰੱਖਣਾ ਨਾ ਕਿ ਜਿਹੜਾ ਆਰ ਵਾਲਾ ਵਾ, ਨੈਕਸਟ ਜਿਹੜਾ ਰਿਪੋਰਟਡ ਸਪੀਚ ਹੈਗੀ ਆ ਉਹਨੇ ਬਾਅਦ ਚ ਵਾਜ਼ ਵਿੱਚ ਚੇਂਜ ਹੋਣਾ ਨਾ, ਆਰ ਨੇ ਬੱਚੇ ਦੇਖੋ ਇੱਥੇ ਹੁੰਦਾ he said to me you ਹਾਂਜੀ। are going to Delhi tomorrow। ਯੈਸ ਮੈਮ। you are going to Delhi tomorrow। ਤਾਂ ਅਗਰ ਸਿੰਪਲ ਹੁੰਦਾ ਤਾਂ ਅਸੀਂ ਆਰ ਤਾਂ ਲਿਖਣਾ ਹੀ ਨਹੀਂ ਸੀ ਕਿਉਂਕਿ ਬਾਰ ਪਾਸਟ ਹੈ। ਹਾਂਜੀ, ਤਾਂ I was going to Delhi। ਬਾਕੀ ਉਹਨੂੰ ਸਾਦਾ ਸੈਂਟੈਂਸ ਬਣਾ ਦਿੰਦੇ, ਉਹਨੂੰ ਕੁਐਸਚਨ ਨੂੰ ਖਤਮ ਕਰਨਾ ਸੀ। ਕੁਐਸਚਨ ਦੀ ਜਗ੍ਹਾ ਤੇ ਅਸੀਂ ਕੀ ਲਗਾ ਦੇਣਾ, whether, ਇਹਦੇ ਵਿੱਚ that ਨਹੀਂ ਲੱਗਣਾ। ਹਾਂਜੀ, he asked me whether you ਕੀ ਹੈ, ਹੁਣ you ਕੀ ਹੈ, ਸੈਕਿੰਡ ਪਰਸਨ ਹੈ, ਸੈਕਿੰਡ ਪਰਸਨ ਕਿਹਦੇ ਚੇਂਜ ਹੁੰਦਾ ਹੈ, ਆਬਜੈਕਟ ਵਿੱਚ, ਤਾਂ ਕਿਹਦੇ ਚੇਂਜ ਹੋ ਜਾਏਗਾ, me ਚ। ਬੇਟੇ ਮੇਰਾ ਕਰਸਰ ਮੂਵ ਕਰਦਾ ਤੁਹਾਨੂੰ ਦਿਖ ਰਿਹਾ? ਯੈਸ ਮੈਮ, ਯੈਸ ਮੈਮ।
है ना, यू किधे चेंज हो जाएगा, मी, मी विच यू विल चेंज होएगा मी, तो Yes, वेदर मी वाज गोइंग तो आ नहीं सकता था, आई वाज गोइंग हाँ जी आई आ जाएगा यस मैम आई आ जाएगा। हुन आर आ नहीं सकता क्योंकि प्रेजेंट है, एम भी नहीं आ सकता क्योंकि प्रेजेंट है, तो आप हाँ जी पास्ट किया, आई वाज गोइंग टू दिल्ली गोइंग टू द दिल्ली नेक्स्ट। ओके मैम थैंक यू मैम हाँ जी, हाँ जी हाँ, हरनूर कौर टोल्ड नहीं आएगा बेटे क्योंकि क्वेश्चन है। Had it not been a question, then we would have used told. ठीक है, हाँ जी लखवीर, हाँ बच्चे नरेशन दी फर्स्ट स्लाइड है, स्लाइड नहीं है, स्लाइड है, SLIDE, स्लाइड, स्लाइड ਹੁੰਦਾ बहुत छोटा ਜਿਹਾ, स्लाइड जी चेंज है। चलो एक ਆਪਾਂ ਹੋਰ वर्ड कर लिया, स्लाइड एंड स्लाइड, ठीक है। तो स्लाइड ਹੁੰਦੀ है ਜਿਹੜੀ ਚੀਜ਼ स्लाइड हो जाए, ਅੱਗੇ ਅੱਗੇ ਜਾਈ ਜਾਵੇ, ਅਸੀਂ स्लाइड्स बनाਉਂਦੇ ਆ ਪਾਵਰ ਪੁਆਇੰਟ, ठीक है। सो स्लाइड ਜਿਹੜੀ ਹੈ ਅਸੀਂ ਪਾਵਰ ਪੁਆਇੰਟ स्लाइड्स बनाने ਆ, एंड स्लाइड मींस बहुत हल्का जिहा, स्लाइड एंड स्लाइड, गॉट इट। ਗੁੱਡ ਆਫਟਰਨੂਨ ਮੈਮ। हाँ जी गुड आफ्टरनून ਮੈਮ ਜਿੱਦਾਂ ਆਪਾਂ ਜਦੋਂ ਮੈਮ ਆਪਾਂ ਦੂਜੇ ਸੈਂਟੈਂਸ ਕਰਦੇ ਆ, ਜਿੱਦਾਂ ਮੈਮ ਲਿਖ ਇੱਥੇ ਆਇਆ ਮੈਮ, ਮੰਨ ਲਓ ਇੱਕ ਕੁਐਸਚਨ ਵਾਲਾ ਸੈਂਟੈਂਸ ਨਹੀਂ ਆਇਆ ਇੱਥੇ ਮੈਮ, ਫਿਰ ਟੋਲਡ ਆ ਜਾਏਗਾ। ਜੇ ਮੈਮ ਮੀ ਨਾ ਹੁੰਦਾ ਫਿਰ ਮੈਮ ਸੈਡ ਹੀ ਆਣਾ ਸੀ ਮੈਮ, ਬਟ ਇਹਦੇ ਵਿੱਚ ਤਾਂ ਨਹੀਂ ਹੈ ਕਿ ਮੀ ਆਵੇ ਤਾਂ ਆਸਡ ਆਣਾ, ਜੇ ਨਾ ਹੋਵੇ ਤਾਂ ਕੁਝ नो ਹੋਰ। नो 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 ਬੱਚੇ ਮੈਂ ਸਾਰੇ ਤਰ੍ਹਾਂ ਦੇ ਕਰਾਂਗੀ, ਮੀ ਦੀ ਜਗ੍ਹਾ ਹੁੰਦਾ ਹੀ ਸੈਡ ਟੂ ਯੂ, ਮੰਨ ਲਓ ਹੁੰਦਾ, ਅਗਰ ਯੈਸ he ਮੈਮ said to you ਹੁੰਦਾ, he asked you, he said to me, he asked me, I said to ਹਾਂਜੀ him, I asked him। अगर ਹਾਂਜੀ क्वेश्चन है, ask means पूछना, देखो he said to me, ਉਹਨੇ ਮੈਨੂੰ ਯੈਸ ਕਿਹਾ ਮੈਮ ਕਿ ਤੁਸੀਂ ਕੱਲ ਦਿੱਲੀ ਜਾ ਰਹੇ ਹੋ, ਤਾਂ ਯੈਸ ਅਸੀਂ ਇਹਨੂੰ ਮੈਮ ਇਨਡਾਇਰੈਕਟ ਬਣਾਵਾਂਗੇ, ਅਸੀਂ ਕੀ ਕਵਾਂਗੇ, ਉਹਨੇ ਮੈਨੂੰ ਪੁੱਛਿਆ ਕਿ ਮੈਂ ਦਿੱਲੀ ਜਾ ਰਹੀ ਹਾਂ, ਯੈਸ ਉਹਨੇ ਮੈਨੂੰ ਮੈਮ ਪੁੱਛਿਆ ਕਿ ਮੈਂ ਦਿੱਲੀ ਜਾ ਰਹੀ ਹਾਂ, ਯੈਸ ਹੈ ਨਾ। ਮੈਮ ਯੈਸ ਮੈਮ ਹਾਂਜੀ ਇੰਗਲਿਸ਼ ਵਿੱਚ ਅਸੀਂ ਕੀ ਕਰਾਂਗੇ, ਜਿਹੜਾ ਉਹਨੇ ਮੈਨੂੰ ਪੁੱਛਿਆ ਕਿ ਕੀ ਮੈਂ, ਕੇ ਦੀ ਜਗ੍ਹਾ ਅਸੀਂ ਕੀ ਲਗਾਤਾ, ਵੈਦਰ, ਯੈਸ ਕਿ ਮੈਂ ਮੈਮ ਦਿੱਲੀ ਆਈ ਵਾਸ ਗੋਇੰਗ ਟੂ, ਫਿਰ ਉਸ ਤੋਂ ਬਾਅਦ ਇਹਨੂੰ ਕੁਐਸਚਨ ਫਾਰਮ ਤੋਂ ਹਟਾ ਦੇਣਾ ਹੈ। ਫਿਰ ਅਸੀਂ ਇਹ ਨਹੀਂ ਹੈ ਕਿ ਪਹਿਲੇ ਆਰ ਲਗਾਵਾਂਗੇ ਜਾਂ ਪਹਿਲੇ ਹਾਂਜੀ ਵਾਸ ਆਈ ਨਹੀਂ ਆਏਗਾ, ਫਿਰ ਵਾਸ ਆਈ ਨਹੀਂ, ਆਈ ਵਾਸ, ਇਹਨੂੰ I ਸਿੰਪਲ was ਸੈਂਟੈਂਸ ਬਣਾ ਦੇਣਾ ਹੈ, ਇਹਨੂੰ ਸਿੰਪਲ ਸੈਂਟੈਂਸ ਬਣਾ ਦੇਣਾ, ਓਕੇ ਮੈਮ ਠੀਕ ਹੈ ਨਾ। ਹਾਂਜੀ ਇੰਟਰੋਗੇਟਿਵ ਤੋਂ ਜਗ੍ਹਾ ਆਪਾਂ ਸਿੰਪਲ ਅਸਰਟਿਵ ਬਣਾ ਦੇਣਾ ਹੈ, ਮਤਲਬ ਜਿਹੜਾ ਸਿੰਪਲ ਸੈਂਟੈਂਸ ਹੁੰਦਾ ਹੈ ਉਹ ਬਣਾ ਦੇਣਾ। ਯੈਸ ਮੈਮ ਓਕੇ ਮੈਮ ਠੀਕ ਹੈ ਜੀ, ਥੈਂਕ ਯੂ ਮੈਮ। We'll do more examples. Next example is, I said to Ajay. Ma'am, देखो थोड़ा कुछ, हाँ जी बोलो। could you please tell the meaning of slide? बच्चे स्लाइट ਹੁੰਦਾ ਬਹੁਤ ਛੋਟਾ ਜਿਹਾ, ਥੋੜਾ ਜਿਹਾ, ਜਿਵੇਂ ਮੈਂ ਉਹਦੇ ਵਿੱਚ ਇੱਕ ਸਲਾਈਟ ਜੀ ਚੇਂਜ ਦੇਖੀ, ਬਹੁਤ ਹਲਕਾ, ਸਲਾਈਟ ਮੀਨਸ ਹਲਕਾ, ਹਲਕਾ ਮਤਲਬ ਜਿਵੇਂ ਅਸੀਂ ਕਹਿੰਦੇ ਨਾ, ਮੈਨੂੰ ਉਹਦੇ ਚ ਬੜੀ ਹਲਕੀ ਜੀ ਚੇਂਜ ਨਜ਼ਰ ਆਈ, समझ रहे हो मनप्रीत, मेरी आवाज आ रही है? हाँ जी मैम। हाँ, तो दैट इज स्लाइड। स्लाइड मीन बहुत घट, बड़ा वीक, जिवें मैनू एक स्लाइड जा हिंट दोगे तुसी, मैनू एक हल्का जा हिंट दोगे, मतलब रेयर थोड़ा जा ही, थोड़ा जा, रेयर नहीं, थोड़ा जा, हल्का जा, है ना। जिवें ਅਸੀਂ ਕਿਹਾ आई मेड अ स्लाइट मिस्टेक, मैं एक बड़ी ऐदा दी बड़ी हल्की जी मिस्टेक करती, स्लाइट मिस्टेक, मैनू स्लाइट पेन हो रही है, मैनू हल्की जी दर्द हो रही है, स्लाइट पेन, समझ रहे ओके हो? हाँ जी हाँ जी। एंड स्लाइड ਹੁੰਦਾ है जो चीज स्लाइड करती है, स्लाइड ਜਿਵੇਂ ਤੁਸੀਂ ਝੂਟੇ ਲੈਂਦੇ ਹੋ ਨਾ, ਉਹ ਚੀਜ਼ ਸਲਾਈਡ ਕਰਦੀ ਹੈ ਨਾ, ਇਦਾਂ ਕਰਕੇ ਸਲਾਈਡ, हाँ जी that is slide। और ਇਹਨੂੰ ਸਲਾਈਡ ਕਿਉਂ ਕਹਿੰਦੇ ਆ, ਕਿਉਂਕਿ ਇੱਕ ਇੱਕ ਕਰਕੇ ਸਲਾਈਡ ਜਿਹੜੀ ਹੈ ਸਲਾਈਡ ਹੋਈ ਜਾਂਦੀ ਹੈ, हाँ जी that is why ਅਸੀਂ ਇਹਨੂੰ ਸਲਾਈਡ ਕਹਿੰਦੇ ਆ, ओके मैम थैंक ਹੈ यू। ਨਾ। ਜਿਹੜੀ ਚੀਜ਼ ਫਿਸਲਦੀ ਹੈ ਨਾ, ਉਹਨੂੰ ਸਲਾਈਡ ਕਹਿੰਦੇ ਆ। ਫਿਸਲ ਪੱਟੀ ਹੁੰਦੀ ਹੈ ਨਾ, ਜਿਵੇਂ ਤੁਸੀਂ ਪਾਰਕ 'ਚ ਖੇਡਣ ਜਾਂਦੇ ਹੋਵੋਗੇ, ਉੱਥੇ ਹਾਂਜੀ। ਸਲਾਈਡਸ ਹੁੰਦੀਆਂ ਨੇ, ਹੈ ਨਾ, ਇਸ ਤਰ੍ਹਾਂ ਸਲਾਈਡ ਹੁੰਦੀਆਂ, ਯਾਨੀ ਉੱਤੇ ਤੁਸੀਂ ਸਲਾਈਡ ਕਰਦੇ ਹੋ, ਇਦਾਂ ਜਾਂਦੇ ਹੋ, ਸਲਾਈਡ ਕਰਦੇ ਹੋ, ਗੈਟਿੰਗ ਮੀ? हाँ जी मैम ਹਾਂ, ਠੀਕ ਹੈ। ਸੋ ਸਲਾਈਡ, ਇਹ ਪਾਵਰ ਪੁਆਇੰਟ ਦੇ ਵਿੱਚ ਵੀ ਕੀ ਹੈ, ਸਲਾਈਡਸ ਕੀ ਨੇ, ਇੱਕ ਸਲਾਈਡ ਹੈ ਉਹ ਫਿਸਲ ਕੇ ਉੱਪਰ ਜਾਂਦੀ ਹੈ, ਦੂਸਰੀ ਫਿਸਲ ਕੇ ਉੱਪਰ ਜਾਂਦੀ ਹੈ, दैट इज व्हाई इट इज कॉल्ड स्लाइड, ठीक है। हाँ जी मैम। मैम हाँ जी मैम ही आस्क्ड मी वेदर तक ते मैम सानू सेंटेंस जेड़ा समझ आ गया मैम, समझ आ अगों गया। आई वाज वाला नहीं सानू आया। अच्छा बच्चे देखो,
ਹੁਣ ਕੀ ਕਰਨਾ ਹੈ ਤੁਸੀਂ ਇਹਦੀ ਪ੍ਰੈਕਟਿਸ ਲਈ ਮਾਮੂਲੀ ਸਹਲੀਨ ਕੌਰ ਨੇ ਬੜੇ ਵਧੀਆ ਆਨਸਰ ਦਿੱਤਾ ਮਾਮੂਲੀ ਜਿਹਾ ਸਲਾਈਟ ਮੀਨਸ ਮਾਮੂਲੀ ਵੈਰੀ ਗੁੱਡ ਆਰ ਯੂ ਗੋਇੰਗ ਟੂ ਦਿੱਲੀ ਇਹ ਕੁਐਸਚਨ ਕਿਹਨੇ ਪੁੱਛਿਆ ਗਗਨ ਨੇ ਪੁੱਛਿਆ ਸੀ यस मैम ਹਾਂ ਗਗਨ ਦੇਖੋ ਆਰ ਯੂ ਗੋਇੰਗ ਟੂ ਦਿੱਲੀ ਇਹਦਾ ਤੁਸੀਂ ਸਿੰਪਲ ਸੈਂਟੈਂਸ ਬਣਾਓ ਇੰਟਰੋਗੇਟਿਵ ਹੈ ਨਾ ਇਹ ਤਾਂ ਬਾਕੀ ਸਭ ਛੱਡ ਦੋ ਮੈਂ ਤੁਹਾਨੂੰ ਪੁੱਛਿਆ ਆਰ ਯੂ ਗੋਇੰਗ ਟੂ ਦਿੱਲੀ ਇਹ ਪ੍ਰਸ਼ਨਵਾਚਕ ਸੈਂਟੈਂਸ ਹੈ ਇਹਨੂੰ ਸਿੰਪਲ ਸੈਂਟੈਂਸ ਬਣਾਓ ਕੀ ਬਣੇਗਾ मैम किस तरह का आंसर देना है कि मैम वो क्वेश्चन नहीं बनाना है ਮੈਂ ਤੁਹਾਨੂੰ ਇੱਕ ਵੈਸੇ ਹੀ ਸਵਾਲ ਪੁੱਛਿਆ ਵੈਸੇ ਹੀ ਪੁੱਛਿਆ ਅੱਜ ਦਾ ਟੌਪਿਕ ਛੱਡ ਦੋ ਮੈਂ ਤੁਹਾਨੂੰ ਵੈਸੇ ਹੀ ਸਵਾਲ ਪੁੱਛ ਰਹੀ ਹਾਂ ਆਰ ਯੂ ਗੋਇੰਗ ਟੂ ਦਿੱਲੀ ਦਾ ਸਿੰਪਲ ਸੈਂਟੈਂਸ ਕੀ ਹੋਏਗਾ यस आई एम गोइंग टू दिल्ली नो बच्चे आंसर नहीं देना सिंपल क्यों होएगा आर यू गोइंग टू दिल्ली यू आर गोइंग टू दिल्ली यू आर गोइंग टू दिल्ली ठीक है मैम यस सिंपल सेंटेंस बन गया ना एक देखो मैं तुहानू क्या इस वाक नू प्रश्नवाचक च बदलो मैं जा रही हाँ की मैं जा रही हाँ समझ गई यस मैम ਇਹ मैम ਫਰਕ यस ਹੈ ਹੁਣ ਕੀ ਹੈ ਜਿਹੜਾ ਉੱਪਰ ਵਾਲਾ ਸੈਂਟੈਂਸ ਹੈ ਉਹ ਕੀ ਹੈ ਇੰਟਰੋਗੇਟਿਵ ਹੈ ਤਾਂ ਤੁਸੀਂ ਕੀ ਕਰਨਾ ਹੈ ਵੈਦਰ ਤੱਕ ਤਾਂ ਤੁਹਾਨੂੰ ਸਮਝ ਆ ਗਿਆ ਉਸ ਤੋਂ ਬਾਅਦ ਜਿਹੜਾ ਚੇਂਜ ਕਰਨਾ ਹੈ ਦੇਖੋ ਹੋਣਾ ਕੀ ਚਾਹੀਦਾ ਤੁਸੀਂ ਇਹ ਕਹਿ ਰਹੇ ਸੀ ਨਾ ਇੱਥੇ ਇਹ ਹੋਣਾ ਚਾਹੀਦਾ ਸੀਗਾ ਆਰ ਜਿਹੜਾ ਵਾਸ ਚ ਬਦਲ ਜਾਏਗਾ मैम यस ਆਰ ਵਾਸ ਚ ਬਦਲ ਗਿਆ ਪਰ ਆਪਾਂ ਇੱਥੇ ਇਹ ਨਹੀਂ ਲਿਖਾਂਗੇ ਹੀ ਆਸਕਡ ਮੀ whether was I going to Delhi was I नहीं आएगा I was आएगा सिंपल बना देना है इंटरोगेटिव नहीं बनाना ओके मैम हाँ यू दा I बन गया ना देखो यू है ना यू मैम यस यू दा यू की बन गया I पहले तुसी एनु ही बना लो he asked me was वेदर whether ਆਪਾਂ ਛੱਡ ਦਿੰਦੇ ਆ ਫਿਲਹਾਲ ਇੱਥੇ was I going to Delhi ਆਣਾ ਸੀ ਤਾਂ ਪਹਿਲੇ ਤੁਸੀਂ ਇਹਨੂੰ ਜਿਵੇਂ ਰਫ ਵਰਕ ਕਰ ਲਓ 2-3 ਵਾਰ ਕਰੋਗੇ ਫਿਰ ਸਮਝ ਆ ਜਾਏਗਾ he asked me whether was I नहीं आएगा I was आएगा सिंपल आएगा I was going लग गई समझ गई मैम यस गुड ठीक है चलो हाँ जी एक और क्वेश्चन है लखवीर गुड आफ्टरनून मैम गुड आफ्टरनून मैम ਮੈਨੂੰ ਮੀਨਸ ਕਿ ਜੋ ਕੁਐਸਚਨ ਜੇਕਰ ਮਤਲਬ ਕਿ ਇੰਟਰੋਗੇਟਿਵ ਆ ਗਿਆ ਹੈ ਨਾ ਉਹਦਾ ਆਪਾਂ ਇੰਟਰੋਗੇਟਿਵ ਵਿੱਚ ਨਹੀਂ ਆਪਾਂ ਬਣਾਉਣੀ ਇਨਡਾਇਰੈਕਟ ਸਪੀਚ ਆਪਾਂ ओके मैम सिंपल रख ਉਹਨੂੰ ਇੰਟਰੋਗੇਟਿਵ ਨਹੀਂ ਰੱਖਣਾ ਦੇਖੋ ਪਿੱਛੇ ਫੁੱਲ ਸਟਾਪ ਆ ਗਿਆ ਨਾ ਹਾਂਜੀ ਹਾਂਜੀ ਹਾਂ ਉਹਨੇ ਮੈਨੂੰ ਪੁੱਛਿਆ ਟੈਂਸ ਦੇ ਵਿੱਚ ਹੀ ਆਪਾਂ ਇੰਡੈਫੀਨਿਟ ਬਣਾਉਣਾ ਵਾ ਨਹੀਂ ਬੱਚੀ ਇੰਡੈਫੀਨਿਟ ਨਹੀਂ ਜਿਹੜੇ ਟੈਂਸ ਵਿੱਚ ਆ ਉਹਦਾ ਸਾਦਾ ਸੈਂਟੈਂਸ ਬਣਾ ਦੇਣਾ ਨਹੀਂ ਮੀਨਸ ਕਿ ਜੇਕਰ ਇੰਟਰੋਗੇਟਿਵ ਆ ਗਿਆ ਮੈਮ ਨਰੇਸ਼ਨ ਦੇ ਵਿੱਚ ਤਾਂ ਆਪਾਂ ਇੰਟਰੋਗੇਟਿਵ ਨਹੀਂ ਕਰਾਂਗੇ ਉਹਦਾ ਸਿੰਪਲੀ ਜੋ ਪੋਜ਼ਿਟਿਵ ਸਿੰਪਲ ਜਿਹੜੇ ਟੈਂਸ ਵਿੱਚ ਹੈ ਨਾ ਉਸੇ ਟੈਂਸ ਵਿੱਚ ਸਿੰਪਲ ਬਣਾ ਦਾਂਗੇ ਕੁਐਸਚਨ ਹਟਾ ਕੇ ओके मैम एंड मैम जेकर इंटरोगेटिव आ गई ਉਹਨਾਂ ਚ ਆਸਕਡ ਆਏਗਾ ਮੈਮ ਸੈਟ ਟੂ ਦੀ ਜਗ੍ਹਾ ਤੇ ਹਾਂ ਜਿੱਥੇ ਕੁਐਸਚਨ ਹੈ ਉੱਥੇ ਆਸਕਡ ਆਏਗਾ ਓਕੇ ਮੈਮ ਐਂਡ ਸਿੰਪਲ ਚ ਚੇਂਜ ਕਰ ਕੁਐਸਚਨ ਹੈ ਨਾ ਉੱਥੇ ਆਸਕਡ ਆਏਗਾ ਫਿਰ ਟੋਲਡ ਨਹੀਂ ਆਏਗਾ ਟੋਲਡ ਮੀਨ ਦੱਸਣਾ ਆਸਕ ਮੀਨਸ ਪੁੱਛਣਾ ਠੀਕ ਹੈ ਮੈਮ ਉਸਨੇ ਮੈਨੂੰ ਪੁੱਛਿਆ ਕਿ ਮੈਂ ਦਿੱਲੀ ਜਾ ਰਹੀ ਹਾਂ ਦੇਖੋ ਦੇਖੋ ਹੁਣ ਤੁਸੀਂ ਮੈਨੂੰ ਪੁੱਛਿਆ ਮੈਮ ਇਹ ਮੈਨੂੰ ਦੱਸੋਗੇ ਹਾਂਜੀ ਤੁਸੀਂ ਮੈਨੂੰ ਕੁਐਸਚਨ ਰੂਪ ਚ ਪੁੱਛਿਆ ਨਾ ਮੈਮ ਤੁਸੀਂ ਮੈਨੂੰ ਇਹ ਕੁਐਸਚਨ ਦਾ ਆਨਸਰ ਦੱਸੋਗੇ ਠੀਕ ਹੈ ਜਦੋਂ ਇਹੀ ਗੱਲ ਮੈਂ ਕਿਸੇ ਹੋਰ ਨੂੰ ਦੱਸਾਂਗੀ ਮੈਂ ਕੁਐਸਚਨ ਵਿੱਚ ਥੋੜਾ ਨਾ ਦੱਸਾਂਗੀ ਮੈਂ ਉਹਨੂੰ ਇਹੀ ਕਹੂੰਗੀ ਨਾ ਕਿ ਇੱਕ ਬੱਚਾ ਮੈਨੂੰ ਪੁੱਛ ਰਿਹਾ ਸੀਗਾ ਕਿ ਮੈਮ ਇਹ ਕੁਐਸਚਨ ਦੱਸ ਦੋਗੇ ਠੀਕ ਹੈ ਮੈਮ ਮੈਂ ਉਹਨੂੰ ਨਹੀਂ ਕੁਐਸਚਨ ਕਰਾਂਗੀ ਨਾ ਉਹਨੂੰ ਮੈਂ ਗੱਲ ਦੱਸ ਰਹੀ ਹਾਂ ਕਿ ਇੱਕ ਬੱਚਾ ਮੈਨੂੰ a child was asking ma'am will you tell me this answer ਆਪਾਂ ਇਦਾਂ ਕਹਿੰਦੇ ਆ ਨਾ ਹਾਂਜੀ ਹੈ ਨਾ ਤਾਂ ਮੈਂ ਉਹਨੂੰ ਕੁਐਸਚਨ ਚ ਨਹੀਂ ਕੁਐਸਚਨ ਚ ਤੁਸੀਂ ਮੈਨੂੰ ਜਿਹੜੀ ਡਾਇਰੈਕਟ ਸਪੀਚ ਹੈ ਉਹ ਕੁਐਸਚਨ ਚ ਹੋ ਰਹੀ ਹੈ ਓਕੇ ਮੈਮ ਠੀਕ ਹੈ ਨਾ ਜਿਹੜੀ ਐਕਚੁਅਲੀ ਹੋਈ ਸੀ ਰੀਅਲ ਚ ਹੋਈ ਸੀ ਉਹ ਕੁਐਸਚਨ ਚ ਹੈ ਬਟ ਜਦੋਂ ਅਸੀਂ ਉਹ ਗੱਲ ਇਨਡਾਇਰੈਕਟ ਚ ਬਦਲਦੇ ਹਾਂ ਫਿਰ ਅਸੀਂ ਉਹਨੂੰ ਕੁਐਸਚਨ ਨਹੀਂ ਰੱਖਦੇ ਉਹਨੂੰ ਸਿੰਪਲ ਅਸਰਟਿਵ ਸੈਂਟੈਂਸ ਵਿੱਚ ਬਦਲ ਦਿੰਦੇ ਹਾਂ ਜਿਹੜੇ ਸੈਂਟੈਂਸ ਕੁਐਸਚਨ ਚ ਨਹੀਂ ਹੁੰਦੇ ਉਹਨਾਂ ਨੂੰ ਅਸਰਟਿਵ ਸੈਂਟੈਂਸ ਕਹਿੰਦੇ ਇੰਪੈਰੇਟਿਵ ਨਹੀਂ ਹੁੰਦੇ ਜਿਹੜੇ ਟੈਂਸਸ ਐਕਸਕਲੇਮੇਟਰੀ ਨਹੀਂ ਹੁੰਦੇ ਉਹ ਅਸਰਟਿਵ ਹੁੰਦੇ ਸਾਦੇ ਸੈਂਟੈਂਸ ਜਿਹਨੂੰ ਆਪਾਂ ਕਹਿੰਦੇ ਆ ਨਾ ਨੈਗੇਟਿਵ ਵੀ ਹੋ ਸਕਦੇ ਪੋਜ਼ਿਟਿਵ ਮੈਮ ਸਪੈਲਿੰਗ ਬੋਲੋ मैं लिख देनी हाँ इन्हां नू असी assertive और declarative sentence कहते हैं I'll write it here
जे तुसी कहोगे तो मैं कल तुहानू सारे टाइप्स ऑफ सेंटेंसेस दस दांगी। ओके मैम। असर्टिव और डिक्लेरेटिव एक ए हुंदे हैं, एक टाइप ए हुंदी है, दूसरे हुंदे हैं इंटेरोगेटिव मतलब प्रश्नवाचक, दैट इज इंटेरोगेटिव, एंड थर्ड हुंदे हैं इंपेरेटिव जिहदे विच कमांड हुंदी है ए करो ओ करो, जिहड़े कि वर्ब तो स्टार्ट हुंदे हैं, एंड फोर्थ वंस आर एक्सक्लामेटरी। ठीक है, अच्छा ये सारे सहेलीन कौर नू चले। ओके, असर्टिव, इंपेरेटिव, इंटेरोगेटिव एंड एक्सक्लामेटरी। ठीक है, हाँ जी ठीक है लखवीर। हाँ जी मैम ओके। चार तरह ਦੇ ਹੁੰਦੇ ਆ, ਯਾਨੀ ਤੁਸੀਂ ਕਿਸੇ ਵੀ ਇੱਕ ਰੂਪ ਚ ਕਿਸੇ ਨੂੰ ਕੋਈ ਗੱਲ ਕਰ ਰਹੇ ਹੋ ਨਾ ਤਾਂ ਜਾਂ ਉਹ ਅਸਰਟਿਵ ਹੋਏਗੀ ਜਾਂ ਇੰਪੈਰੇਟਿਵ ਹੋਏਗੀ ਜਾਂ ਇੰਟਰੋਗੇਟਿਵ ਹੋਏਗੀ ਜਾਂ ਐਕਸਕਲੇਮੇਟਰੀ ਹੋਏਗੀ। ਓਕੇ ਮੈਮ। ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੈਂ ਅਸਰਟਿਵ ਚ ਗੱਲ ਕਰ ਰਹੀ ਹਾਂ। ਹੁਣ ਅਸਰਟਿਵ ਵੀ ਦੋ ਟਾਈਪ ਦੇ ਹੁੰਦੇ ਆ, ਨੈਗੇਟਿਵ ਜਾਂ ਪੋਜ਼ਿਟਿਵ। ਮੈਂ ਜਿਹੜੀ ਤੁਹਾਨੂੰ ਗੱਲ ਕਰ ਰਹੀ ਹਾਂ ਉਹ ਜਾਂ ਤਾਂ ਹਾਂ ਦੱਸ ਰਹੀ ਹਾਂ ਬੱਚੇ, ਸਾਰਿਆਂ ਨੂੰ ਸਾਰੇ ਬਾਰੇ ਦੱਸ ਰਹੀ ਹਾਂ। ਦੇਖੋ ਮੈਂ ਤੁਹਾਨੂੰ ਕਿਹਾ ਬੱਚੇ ਚਲੋ ਮੈਂ ਤੁਹਾਨੂੰ ਹੁਣ ਇਹ ਵਾਲੀ ਗੱਲ ਦੱਸਾਂਗੀ ਜਾਂ ਨਹੀਂ ਦੱਸਾਂਗੀ, ਇੱਕ ਪੋਜ਼ਿਟਿਵ ਹੈ ਇੱਕ ਨੈਗੇਟਿਵ ਹੈ। ਓਕੇ ਮੈਮ। ਠੀਕ ਹੈ, ਇੰਪੈਰੇਟਿਵ ਹੁੰਦੇ ਜਿੱਥੇ ਮੈਂ ਕਮਾਂਡ ਦੇ ਰਹੀ ਹਾਂ, ਇਹ ਕਰੋ ਪਲੀਜ਼, ਇਹ ਕਰੋ, ਜਿੱਥੇ ਕੁਝ ਕਰਨ ਲਈ ਕਿਹਾ ਜਾਵੇ ਉਹ ਇੰਪੈਰੇਟਿਵ ਹੁੰਦੇ ਆ। ਜਦੋਂ ਕਿਸੇ ਇਹ ਨੂੰ ਮੀਨਸ ਕੁਝ ਕਿ ਆਰਡਰ ਵਾਲੀ, ਆਰਡਰ ਵੀ ਹੋ ਸਕਦੀ ਹੈ, ਰਿਕੁਐਸਟ। ਓਕੇ ਮੈਮ। bring me a glass of water ਆਪਾਂ ਕਿਤੇ ਨਹੀਂ ਸੀ, ਜਿਹੜੇ verb ਤੋਂ ਸਟਾਰਟ ਹੁੰਦੇ, ਵਰਬ ਤੋਂ ਸ਼ੁਰੂ ਹੁੰਦੇ ਮੈਮ, ਜਿਹੜੇ verb ਤੋਂ ਸ਼ੁਰੂ ਹੁੰਦੇ ਆ ਉਹ ਇੰਪੈਰੇਟਿਵ ਹੁੰਦੇ ਆ। ਜਿਨ੍ਹਾਂ ਦੇ ਵਿੱਚ ਪ੍ਰਸ਼ਨ ਹੁੰਦਾ ਹੈ ਉਹ ਇੰਟਰੋਗੇਟਿਵ ਹੁੰਦਾ ਹੈ, ਤੇ ਜਿਹਦੇ ਵਿੱਚ ਹੁੰਦਾ ਨਾ ਓਹੋ ਇਹ ਕੀ ਹੋ ਗਿਆ ਕਿੰਨਾ ਸੋਹਣਾ ਹੈ, ਉਹ ਐਕਸਕਲੇਮੇਟਰੀ ਹੁੰਦਾ ਹੈ। ਠੀਕ ਹੈ, ਓਕੇ ਮੈਮ ਥੈਂਕ ਯੂ ਜੀ। ਹਾਂ ਚਲੋ ਮੈਂ ਇਹਨਾਂ ਨੂੰ ਇੱਕ ਵਾਰ ਆਪਾਂ ਕੱਲ ਇੰਟਰੋਡਕਟਰੀ ਜਿਹੜਾ ਹੈ ਫਿਰ ਇਹ ਕਰ ਲਾਂਗੇ। ਠੀਕ ਹੈ ਮੈਮ ਇੱਕ ਸਲੈਂਗ, ਜੋ ਸਲੈਂਗ ਸੈਂਟੈਂਸ ਹੁੰਦੇ ਨੇ ਬੇਟੇ, ਸਲੈਂਗ ਸੈਂਟੈਂਸ ਨਹੀਂ ਹੁੰਦੇ, ਸਲੈਂਗ ਹੁੰਦਾ ਹੈ। ਸਲੈਂਗ ਹੁੰਦਾ ਹੈ ਜਿਵੇਂ ਮੈਂ ਜਿਹਦਾ ਕੋਈ ਐਗਜ਼ੈਕਟਲੀ ਮੀਨਿੰਗ ਨਹੀਂ ਹੁੰਦਾ, ਉਹ ਤੁਹਾਡੀ ਟੋਨ, ਸਲੈਂਗ ਜਿਹੜਾ ਉਹ ਟੋਨ ਨੂੰ ਕਹਿੰਦੇ ਆ ਸਲੈਂਗ। ਠੀਕ ਹੈ ਮੈਮ। ਜਿਵੇਂ ਮੈਂ ਕਿਹਾ ਜਿਵੇਂ ਮੈਂ ਇੱਕ ਜਿਵੇਂ ਐਗਜ਼ਾਮਪਲ ਦਵਾਂ, ਜਿਵੇਂ ਅਸੀਂ ਕਿਸੇ ਨੂੰ ਕਹਿਤਾ ਬਾਂਦਰੀ ਜਿਹੀ ਜਾਂ ਬਾਂਦਰ ਜਿਹਾ। ਹੁਣ ਬਾਂਦਰ ਦਾ ਮੀਨਿੰਗ ਤਾਂ ਮੰਕੀ ਹੁੰਦਾ ਹੈ, ਲੇਕਿਨ ਅਸੀਂ ਉਹਨੂੰ ਜਿਵੇਂ ਹਾਸੇ ਵਿੱਚ ਕਿਹਾ ਨਾ ਇੱਕ, ਸਮਝ ਰਹੇ ਹੋ, ਇਹ ਐਜ਼ ਅ ਸਲੈਂਗ ਯੂਜ਼ ਹੋਇਆ, ਸਮਝ ਰਹੇ ਹੋ, ਸਲੈਂਗ ਹੈ। तो स्लैंग ਦਾ ਮੀਨਿੰਗ ਇਸ ਤਰ੍ਹਾਂ ਵੀ ਨਿਕਲਦਾ ਹੈ। ਸਲੈਂਗ ਇਹ ਵੀ ਹੁੰਦਾ ਹੈ ਕਿ ਜਿਵੇਂ ਟੋਨ ਨੂੰ ਵੀ ਸਲੈਂਗ ਕਹਿੰਦੇ ਆ, ਟੋਨ ਬੋਲਣ ਦਾ ਰਵਈਆ, ਯੈਸ ਉਹਨੂੰ ਵੀ ਸਲੈਂਗ ਕਹਿੰਦੇ ਆ। ਠੀਕ ਹੈ, ਇੰਗਲਿਸ਼ ਸਲੈਂਗ ਹੈ ਇਹ। तो ਸਲੈਂਗ ਦਾ ਮਤਲਬ ਸਲੈਂਗ ਸੈਂਟੈਂਸ ਨਹੀਂ ਹੁੰਦਾ ਕੋਈ, ਸਲੈਂਗ ਤੁਹਾਡੀ ਬੋਲਣ ਦੀ ਟੋਨ ਹੁੰਦੀ ਹੈ, ਟੋਨ। ਗੈਟਿੰਗ ਮੀ? ਯੈਸ ਮੈਮ। हाँ ठीक है, ओके जी। I said to Ajay, will you lend me your book? मैं अजय ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੀ ਬੁੱਕ ਉਧਾਰੀ ਦਓਗੇ। lend me मतलब ਮੈਨੂੰ ਦਓਗੇ। ठीक है, now it is again an interrogative sentence, question ਪੁੱਛਿਆ ਗਿਆ ਹੈ। I asked Ajay, मैं अजय ਨੂੰ ਪੁੱਛਿਆ whether, ਹੁਣ ਕੀ ਹੈ ਅਸੀਂ ਇਹਨੂੰ ਸਿੰਪਲ ਬਣਾਉਣਾ ਹੈ। ਯੂ ਕਿਤੇ ਚੇਂਜ ਹੋ ਜਾਏਗਾ ਅਜੇ ਵਿੱਚ, ਯਾਨੀ ਹੀ ਵਿੱਚ। whether he will ਕਿਹਦੇ ਵਿੱਚ ਚੇਂਜ ਹੋਏਗਾ, would ਵਿੱਚ। so whether would he ਤਾਂ ਹੋ ਨਹੀਂ ਸਕਦਾ, he would, whether he would lend me his book, your ਕਿਹਦੇ ਚੇਂਜ ਹੋ ਜਾਏਗਾ his ਵਿੱਚ। second person object your his। so ਆਪਾਂ ਇਦਾਂ ਨਹੀਂ ਲਿਖਾਂਗੇ I asked Ajay if Ajay would lend me Ajay's book, नहीं, I asked Ajay if he would lend me his book. Next, the teacher said to me, have you solved the sum? teacher ने मैंने पूछा कि तुसी sum solve कर लिया होया है। past perfect present perfect tense है, interrogative है। the teacher asked me whether, now you again is second person, will change to object, you की हो जाएगा I, have की हो जाएगा had, solve the sum,
the teacher asked me whether I had solved the sum. ਅਸੀਂ had I नहीं बनावांगे, ਅਸੀਂ ਇਹਨੂੰ simple कर ਦਾਂगे। तो पीछे full stop लगना है, ਅਸੀਂ इसलिए ਇਹਨੂੰ interrogative नहीं। What is the meaning of if? If मतलब की, ਇੱਥੇ if ਦਾ मतलब है की। टीचर ने मैंने पूछा वेदर मतलब की, या तो तुसी वेदर भी लगा सकते हो, इफ भी लगा सकते हो, दोनों करेक्ट है। मैं एक जगह पे इफ लगाया है, एक जगह पे वेदर लगाया है, बोथ आर हैविंग सेम फंक्शन। तुसी इफ भी यू कैन यूज इफ, यू कैन यूज वेदर, बोथ आर वन एंड द सेम थिंग। एक कोई ਇਹਦਾ मतलब है, ठीक है। वेदर मतलब के, है ना, के। मैं टीचर ने पूछा कि की, ਇੱਥੇ ਬੱਚੇ की, के नहीं की, कि मैं सम सॉल्व कर लिया है। वेदर आई हैव डन इट, वेदर यू हैव डन इट, तुसी कर लिया है, समझो। की नहीं, कक्के सिहारी नहीं, बिहारी है। इत्थे वेदर दा मतलब की है, कि मैं सम सॉल्व कर लिया। हाँ, ठीक है, ओके। नेक्स्ट विल डू सम मोर। व्हाट इज द टाइम? वी हैव स्टिल, हाँ अपने को हैगा टाइम। आई सेड टू द चाइल्ड व्हाट आर यू डूइंग। ਹੁਣ ਇਹਦੇ ਵਿੱਚ ਆ ਗਿਆ what ਆ ਗਿਆ। ਹੁਣ what ਕੀ ਹੈ? ਇੰਟਰੋਗੇਟਿਵ ਵਰਡ ਹੈ, ਕੁਐਸਚਨ ਵਰਡ ਹੈ ਜਿਹਨੂੰ ਆਪਾਂ ਕਹਿੰਦੇ ਆ ਨਾ। ਦੇਖੋ ਪਿੱਛੇ ਆਪਾਂ ਲਾਸਟ ਸਲਾਈਡ ਦੇ ਵਿੱਚ ਹੈਲਪਿੰਗ ਵਰਬਸ ਯੂਜ਼ ਕਰ ਰਹੇ ਸੀ। ਆਰ ਯੂ ਗੋਇੰਗ, ਵਿਲ ਯੂ ਲੈਂਡ ਮੀ, ਹੈਵ ਯੂ ਸੋਲਵ ਦ ਸਮ। ਇੱਥੇ ਆਪਾਂ ਆਰ, ਵਿਲ, ਹੈਵ, ਇਹ ਹੈਲਪਿੰਗ ਵਰਬ ਸੀ। ਕੁਝ ਸੈਂਟੈਂਸਸ ਹੈ ਜਿਹੜੇ ਇੰਟਰੋਗੇਟਿਵ ਸੈਂਟੈਂਸਸ ਹੈ, ਉਹ क्वेश्चन वर्ड्स तो स्टार्ट होते हैं। what, why, when, where, ਉਹਨਾਂ ਦਾ ਕੀ ਕਰਨਾ ਹੈ ਉਹ ਆਪਾਂ ਇੱਥੇ ਦੇਖਦੇ ਹਾਂ। ਇਹ ਬੜੇ ਸਿੰਪਲ ਹੈ। ਮੈਂ ਬੱਚੇ ਨੂੰ ਪੁੱਛਿਆ what are you doing, ਤੁਸੀਂ ਕੀ ਕਰ ਰਹੇ ਹੋ। ਹੁਣ ਇੱਥੇ weather ਨਹੀਂ ਆਏਗਾ, ਇੱਥੇ weather ਨਹੀਂ ਆਏਗਾ, ਇੱਥੇ ਆਏਗਾ I asked the child what he was doing, ਬਸ simple। what was he doing नहीं, what he was doing, क्योंकि ਇਹਨੂੰ क्वेश्चन ਨੂੰ खोल के ਆਪਾਂ ਨੇ simple sentence ਬਣਾ ਦੇਣਾ ਹੈ। ਜਿਵੇਂ I was surprised at what he was doing। ਅਸੀਂ ਜ਼ਿਆਦਾਤਰ ਬੱਚੇ ਕੀ ਕਰਦੇ ਹਾਂ, ਇਹਦੇ ਵਿੱਚ ਗੜਬੜ ਕਰ ਦਿੰਦੇ ਹਾਂ। ਜ਼ਿਆਦਾਤਰ ਬੱਚੇ ਕੀ ਕਰਦੇ ਆ, I asked the child what was he doing, no, what he was doing। what was he doing नहीं, what he was doing ਅਸੀਂ was ਉੱਥੇ ਲਗਾਉਂਦੇ ਜਦੋਂ क्वेश्चन वाला sentence ਹੋਵੇ। सॉरी was पहले ਤਾਂ ਲਗਾਉਂਦੇ अगर क्वेश्चन वाला सेंटेंस ਹੁੰਦਾ, बट ਅਸੀਂ ਇਹਨੂੰ ਖੋਲ ਕੇ assertive ਬਣਾਤਾ ਹੈ। ਅਸੀਂ ਕੀ ਕਵਾਂਗੇ, I asked the child what he, you ਕਿਦੇ ਚੇਂਜ ਹੋਏਗਾ, सेकंड पर्सन चेंजेस इनटू ऑब्जेक्ट child, child की he she दोनों भी हो सकती हैं। what he was doing, r की बन जाएगा was। हाँ जी जसमीत कौर। ਮੈਮ ਜਿਸ ਤਰ੍ਹਾਂ ਆਪਾਂ ਪਿੱਛੇ ਕੀਤੀ ਸੀ ਕੁਝ ਕੁ ਸੈਂਟੈਂਸ ਜਿੱਦਾਂ ਉਹਦਾ ਆਪਾਂ ਹਨਾ, ਤੁਸੀਂ ਦੱਸਿਆ ਕਿ ਅਸਰਟਿਵ ਸੈਂਟੈਂਸ ਬਣ ਜਾਣੇ ਨੇ ਮੈਮ ਇੰਟਰੋਗੇਟਿਵ ਤੋਂ। ਇਹਦੇ ਚ ਮੈਮ WH ਵਾਲੇ ਜੋ ਵਟ, ਵੇਅਰ, ਵੈਨ ਵਗੈਰਾ ਆ ਜਾਂਦਾ, ਉਹ ਤਾਂ ਉਦਾਂ ਹੀ ਲੱਗਣੇ ਨੇ, ਬਟ ਜੇਕਰ ਜਿਹੜੇ ਅੱਗੇ ਆ ਜਾਣਗੇ ਇਹਨਾਂ ਨੂੰ ਵੀ ਅਸਰਟਿਵ ਹੀ ਹੈ, ਇਹ ਵੀ ਅਸਰਟਿਵ ਹੈ। he was doing, he was going, ਅਗਰ ਮੰਨ ਲੈਤੇ ਹੁੰਦਾ where he was going, ਇਹ ਵੀ ਅਸਰਟਿਵ ਹੀ ਹੈ। ਸਿੰਪਲ ਸੈਂਟੈਂਸਸ ਨੂੰ ਅਸੀਂ ਅਸਰਟਿਵ ਬੋਲਦੇ ਹਾਂ, ਬਟ ਇਹ ਕਿ ਇਹਦੇ ਵਿੱਚ what ਦਾ what as it is ਲੱਗ ਜਾਏਗਾ। ਜਿਹੜੇ ਕੁਐਸਚਨ ਵਰਡਸ ਹੁੰਦੇ ਆ ਨਾ, what, when, where, why, ਉਹ as it is ਰਹਿਣੇ, ਇਹਦੇ ਵਿੱਚ weather ਵੂਦਰ ਕੁਝ ਨਹੀਂ ਲੱਗਣਾ। ਓਕੇ ਮੈਮ, ਵਟ ਲੱਗ ਜਾਣਾ ਤੇ ਅੱਗੇ ਅਸਰਟਿਵ ਵੀ ਬਣਾ ਦੇਣਾ, ਅੱਗੇ ਅਸਰਟਿਵ ਬਣਾ ਦੇਣਾ। ਹਾਂਜੀ ਓਕੇ ਮੈਮ, ਠੀਕ ਹੈ। ਹਾਂਜੀ ਓਕੇ। नेक्स्ट है the teacher said to the students why are you making a noise। ਇਹ ਵੀ क्वेश्चन वर्ड है। टीचर ने बच्चों ਨੂੰ ਕਿਹਾ ਤੁਸੀਂ ਸ਼ੋਰ ਕਿਉਂ ਮਚਾ ਰਹੇ ਹੋ। ਹੁਣ why ਵੀ ਕੀ ਹੈ, क्वेश्चन वर्ड है। क्वेश्चन वर्ड ਕਿਹੜੇ ਹੁੰਦੇ ਆ, when, why, where, how, ਇਹ ਹੁੰਦੇ ਆ क्वेश्चन वर्ड्स। टीचर ने बच्चों ਨੂੰ ਪੁੱਛਿਆ, the teacher asked the students why are they नहीं आएगा, why they were। यू की है सेकंड पर्सन, स्टूडेंट्स लिए वाई स्टूडेंट्स नहीं लगावांगे ना, दे लगावांगे। द टीचर आस्क्ड द स्टूडेंट्स, हाँ ਇੱਥੇ ਇਨਕੁਆਇਰਡ ਵੀ ਆ ਗਿਆ। ਅਸੀਂ ਕਈ ਵਾਰ ਇਨਕੁਆਇਰਡ ਵੀ ਲਗਾ ਸਕਦੇ ਹਾਂ, ਅਸੀਂ ਆਸਕ ਦੀ ਜਗ੍ਹਾ ਤੇ ਇਨਕੁਆਇਰਡ ਵੀ ਲਗਾ ਸਕਦੇ ਹਾਂ। ਇੱਥੇ ਦ ਟੀਚਰ ਵਾਂਟਡ ਟੂ ਨੋ ਵੀ ਲਗਾ ਸਕਦੇ ਹਾਂ, ਬਟ ਜਦੋਂ ਤੁਹਾਨੂੰ ਨਾ ਸਮਝ ਆਏ ਨਾ ਕਿ ਕੀ ਲਗਾਣਾ ਹੈ, ਚੁੱਪ ਕਰਕੇ ਆਸਕ ਲਗਾ ਦਿਓ।
कई बार बच्चों ਨੂੰ समझ नहीं आता कि इंक्वायर लगाइए, वांटेड टू नो लगाइए, की लगाइए। सिंपल ਜਿਹਦੇ ਵਿੱਚ क्वेश्चन पूछा आस्क लगा दो बस, आस्क्ड या आस्क। सो वैसे ही मैं ਤੁਹਾਨੂੰ ਤੁਹਾਡੀ ਨੌਲੇਜ ਲਈ ਦੱਸਦਾ। the teacher inquired of the students, inquired of the students मतलब टीचर ने ਇਹ ਗੱਲ ਜਾਣਨੀ ਚਾਹੀ, inquire मतलब ਵੀ ਇਹ ਜਾਣਕਾਰੀ ਲੈਣੀ ਚਾਹੀ ਕਿ ਬੱਚੇ ਸ਼ੋਰ ਕਿਉਂ ਮਚਾ ਰਹੇ ਸੀ। the teacher asked the students ਵੀ ਠੀਕ ਹੈ, inquired of the students ਵੀ ਠੀਕ ਹੈ, inquired of the students। ਹਾਂਜੀ ਸਹਲੀਨ ਕੌਰ ਤੁਹਾਡਾ ਹੈਂਡ ਰੇਜ਼ ਹੈ। ਮੈਮ ਇੱਥੇ ਪਹਿਲਾਂ ਮੈਂ ਪੁੱਛਣਾ ਚਾਹੁੰਦੀ ਸੀ ਪਹਿਲੇ ਵੀ ਕਿ ਜਦੋਂ ਅਸੀਂ ਨੋਇਜ਼ ਦੀ ਗੱਲ ਹੁੰਦੀ ਇੱਥੇ ਆਪਾਂ ਏ ਕਿਉਂ ਲਗਾਉਂਦੇ ਆ, ਮੇਕਿੰਗ ਅ ਨੋਇਜ਼ ਜਾਂ ਮੇਕ ਅ ਨੋਇਜ਼। ਬੱਚੇ ਮੇਰਾ ਇਹਦਾ ਕੋਈ ਜਵਾਬ ਹੈ, ਲੈਂਗੁਏਜ ਇਜ਼ ਆਰਬਿਟਰੀ। ਲੈਂਗੁਏਜ ਵਿੱਚ ਜੋ ਜਿੱਦਾਂ ਲੱਗਿਆ ਹੈ ਉਹ ਐਜ਼ ਇਟ ਇਜ਼ ਲੱਗਿਆ ਹੁੰਦਾ ਹੈ, ਤਾਂ ਤੁਹਾਨੂੰ ਲਗਾਉਣਾ ਪਏਗਾ। ਜੋ ਲੈਂਗੁਏਜ ਵਿੱਚ ਜੋ ਚੀਜ਼ ਬਣ ਗਈ ਹੈ ਨਾ, ਬਣ ਗਈ ਹੈ, ਉਹ ਤੁਹਾਨੂੰ ਐਜ਼ ਇਟ ਇਜ਼। ਵਾਈ ਆਰ ਯੂ ਮੇਕਿੰਗ ਅ ਨੋਇਜ਼, ਵਾਈ ਆਰ ਯੂ ਮੇਕਿੰਗ ਨੋਇਜ਼ ਕਰ ਦੋਗੇ ਕੋਈ ਗੱਲ ਨਹੀਂ, ਤਾਂ ਵੀ ਕੋਈ ਗੱਲ ਨਹੀਂ, ਬਟ ਜਦੋਂ ਲਿਖਣਾ ਹੈ ਨਾ ਰਾਈਟਿੰਗ ਦੇ ਵਿੱਚ ਤੁਹਾਨੂੰ ਲਗਾਉਣਾ ਹੀ ਪਏਗਾ। ਓਕੇ ਮੈਮ ਠੀਕ ਹੈ। ਹਾਂ ਇਹਦੇ ਪਿੱਛੇ ਕੋਈ, ਕਿਉਂਕਿ ਦੇਖੋ ਮੈਥਸ ਵਿੱਚ ਕੀ ਹੁੰਦਾ, ਹਰ ਚੀਜ਼ ਦੇ ਪਿੱਛੇ ਕਾਰਨ ਹੈ। ਆਪਾਂ 2 + 2 ਕਰਾਂਗੇ ਤਾਂ 4 ਆਏਗਾ, 2 - 2 ਕਰਾਂਗੇ ਤਾਂ 0 ਆਏਗਾ, ਲੌਜਿਕ ਹੈ ਨਾ। ਹਾਂਜੀ ਇੰਗਲਿਸ਼ ਵਿੱਚ ਇਦਾਂ ਦਾ ਕੋਈ ਫਾਰਮੂਲਾ ਨਹੀਂ ਹੈ, ਕੋਈ ਲੌਜਿਕ ਨਹੀਂ ਹੈ, ਕੁਝ ਨਹੀਂ ਹੈ। ਓਕੇ ਮੈਮ, ਜੋ ਚੀਜ਼ ਜਿੱਦਾਂ ਬਣ ਗਈ ਯੂ ਹੈਵ ਟੂ ਐਕਸੈਪਟ ਇਟ ਐਜ਼ ਇਟ ਇਜ਼। ਓਕੇ ਮੈਮ, ਠੀਕ ਹੈ। ਹਾਂਜੀ ਹਾਂਜੀ। The teacher inquired of the students why they were making a noise. Why were they नहीं? Why they were making a noise. मैम हाँ जी मैम ਤੁਸੀਂ ਸੈਂਟੈਂਸ ਦੱਸਿਆ ਦਾ ਟੀਚਰ said to the student, ਜੇ ਆਪਾਂ ਮੂਰੇ ਦ ਹਟਾ ਦਈਏ ਤਾਂ ਸੈਂਟੈਂਸ ਬਣ ਜਾਊਗਾ। नहीं जी, the teacher the ही आएगा। The teacher said to the students, the ही आएगा। Teacher said to students नहीं आएगा, the teacher said to the students। बेटे हुण ना तुसी नरेशन वाल ध्यान दो, इनडायरेक्ट स्पीच वाल ध्यान दो। ये ना देखो इत्थे द लगेगा कि नहीं लगेगा, या द क्यों लगेगा, या द किस लिए नहीं लगेगा। तुसी सिंपल ये देखो कि मैं इनडायरेक्ट स्पीच किदां बनानी है बस। हाँ जी। So the teacher inquired of the students why they were making a noise। हाँ जी। Last one is the stranger said to me। stranger मतलब अजनबी, जो तुहानू नहीं जानदा। who is strange to you, जो तुहाडे लई strange है, जो तुहानू नहीं जानदा। ठीक है। the stranger अजनबी said to me, उन्हें मैनू पूछा which is the shortcut to the post office। which is, now which की है, question word है। the stranger asked me which the shortcut to the post office was। which was the shortcut नहीं, which the shortcut to the post office was। इत्थे was last ਵਿੱਚ ਲੈਣਾ। हाँ तुसी पूछ लो inquired ਦੀ जगह asked बिल्कुल कर सकते हैं जी, inquired ਦੀ जगह ask कर सकते हो। the stranger asked me which the is ਜਿਹੜਾ है ਹੁਣ shortcut ਤੋਂ ਬਾਅਦ लगेगा। ਹੁਣ shortcut to the post office एक पूरा phrase है, ਤਾਂ ਇਸ ਤੋਂ ਬਾਅਦ ਹੀ लगाओगे shortcut to the post office। shortcut was to the post office लगा नहीं सकते। which the shortcut to the post office was। ਇਹ ਸੀਗੇ question interrogative sentences ਦੀ conversion into indirect speech। so ਅਸੀਂ ਇਹਦੇ ਵਿੱਚ ਕੀ ਨੋਟਿਸ ਕੀਤਾ, we have noticed ਕਿ ਜਿਹੜੀ reporting verb ਹੈ ਉਹ ਕਿਹਦੇ ਵਿੱਚ ਚੇਂਜ ਹੋ ਜਾਂਦੀ ਹੈ, ask, inquire, demand। demand ਇੱਥੇ demand ਕਈ ਵਾਰ ਹੁੰਦਾ ਕਿ ਕਿਸੇ ਨੇ ਕੋਈ ਚੀਜ਼ ਮੰਗੀ ਹੁੰਦੀ ਹੈ ਤਾਂ ਅਸੀਂ ਕਹਾਂਗੇ he demanded, है ना। want to know, ਉਹ ਪੁੱਛਣਾ ਚਾਹੁੰਦਾ ਸੀ ਤਾਂ wanted to know। तो सिंपल इज, अगर तुहानू नहीं समझ आ रहा है मैं इत्थे डिमांड लगावां, want to know लगावां, किद्दां लगावां, सिंपली तुसी ask लगा सकते हो। ठीक, asked अगर past है, present है तो ask लगाओगे। ठीक है। सेकंड चीज तुसी नोटिस करो, if or whether is used जदों question begins with a helping verb। जदों helping verb नाल question शुरू हुंदा है तां
ਹਰਨੂਰ ਕੌਰ ordered requested ਉਹ ਵਾਲੇ ਆਪਾਂ imperative sentence ਨੇ ਉਹ ਆਪਾਂ ਕੱਲ ਕਰਾਂਗੇ ਉਹ ਅਜੇ ਅੱਜ ਮੈਂ ਕਰਵਾਏ ਨਹੀਂ ਉਹ ਮੈਂ ਕਰਵਾਏ ਨਹੀਂ ਹਜੇ order request ਵਾਲੇ imperative ਵਾਲੇ ਹਜੇ ਨਹੀਂ ਕਰਵਾਏ ਇਹ ਸਾਰੇ interrogative ਹੈ ਠੀਕ ਹੈ so whether is used after the reporting verb when the question begins with a helping verb ਅਗਰ helping verb ਨਾਲ ਹੋ ਰਿਹਾ are am was ਇਹਦੇ ਨਾਲ ਹੋ ਰਿਹਾ ਤਾਂ ਫਿਰ ਅਸੀਂ if ਜਾਂ whether ਲਗਾਵਾਂਗੇ ਔਰ ਅਗਰ ਜਿਹੜਾ question ਹੈ ਉਹ question word ਦੇ ਨਾਲ ਸ਼ੁਰੂ ਹੁੰਦਾ ਹੈ ਅਗਰ if the question begins with a question word who what which why how ਫਿਰ ਅਸੀਂ conjunction use ਨਹੀਂ ਕਰਦੇ ਨਾ ਅਸੀਂ that ਲਗਾਉਂਦੇ ਆ ਨਾ ਕੁਝ ਹੋਰ ਲਗਾਉਂਦੇ ਆ ਠੀਕ ਹੈ ਜਸਮੀਤ ਪੁੱਛ ਰਹੀ ਹੈ inquire ਦਾ meaning ਹੁੰਦਾ ਬੱਚੇ ਕੋਈ ਚੀਜ਼ ਦਾ ਪਤਾ ਲਗਾਣਾ ਕਿ ਚੀਜ਼ ਜਿਵੇਂ ਇਨਕੁਆਇਰੀ ਨਹੀਂ ਹੁੰਦੀ ਇਨਕੁਆਇਰੀ ਆਈ ਤੋਂ ਸ਼ੁਰੂ ਹੁੰਦਾ ਹੈ ਇਨਕੁਆਇਰ ਈ ਤੋਂ ਸ਼ੁਰੂ ਹੁੰਦਾ ਹੈ ਅਸੀਂ ਇਨਕੁਆਇਰੀ 'ਚ ਜਾ ਕੇ ਪੁੱਛ ਪੜਤਾਲ ਕਰਦੇ ਹਾਂ ਇਹ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਇਨਕੁਆਇਰੀ ਕਰਦੇ ਹਾਂ ਨਾ ਇਨਕੁਆਇਰੀ ਵਰਡ ਆਈ ਤੋਂ ਸ਼ੁਰੂ ਹੁੰਦਾ ਹੈ ਇਨਕੁਆਇਰ ਵਰਡ ਈ ਤੋਂ ਸ਼ੁਰੂ ਹੁੰਦਾ ਹੈ ਇਹ ਵਰਬ ਹੈ ਠੀਕ ਹੈ ਸੋ ਇਫ ਦ ਕੁਐਸਚਨ ਬਿਗਿਨਸ ਵਿਦ ਅ ਕੁਐਸਚਨ ਵਰਡ no conjunction is used ਹਾਂਜੀ then question form is changed into assertive assertive 'ਚ change ਹੋ ਜਾਂਦਾ ਹੈ ਔਰ question mark remove ਹੋ ਜਾਂਦਾ ਹੈ ਅਸੀਂ ਪਹਿਲੇ ਗੱਲ ਕੀਤੀ ਸੋ ਇਹ ਬੇਸਿਕ ਚੀਜ਼ ਹੁੰਦੀ ਹੈ ਇਹਨਾਂ ਦੀ ਕਨਵਰਜਨ ਲਈ question form is changed into the assertive form and question mark is removed ਠੀਕ ਹੈ ਸੋ I think clear ਹੋ ਗਿਆ ਹੋਏਗਾ ਤੁਹਾਨੂੰ ਜੇ ਹਜੇ ਵੀ ਕਿਸੇ ਦਾ ਕੋਈ question ਹੈ ਪਲੀਜ਼ ਪੁੱਛ ਲਓ ਮੈਮ ਹਾਂਜੀ ਮੈਮ ਜੋ ਤੁਸੀਂ ਮਤਲਬ ਕਿ ਸ਼ਾਇਦ ਯੈਸਟਰਡੇ ਨੂੰ ਸ਼ਾਇਦ ਵੀਡੀਓ ਇੱਕ ਸੈਂਡ ਕੀਤੀ ਸੀ ਜੋ ਕਿ ਹੈਗੀ ਸੀ ਲਿਓਨਾਰਡੋ ਡਿਕਾਪਰੀਓ ਦੇ ਸ਼ਾਇਦ ਲਿਓਨਾਰਡੋ ਡਿਕਾਪਰੀਓ ਤੇ ਸੀਗੀ ਯੈਸ ਹਾਂਜੀ ਤੇ ਉਹਦੇ ਵਿੱਚ ਮਤਲਬ ਕਿ ਅਸੀਂ ਇਹੀ ਪੁੱਛਣਾ ਹੈ ਕਿ ਇਹੀ ਦੱਸਿਆ ਗਿਆ ਹੈ ਕਿ ਉਹਨੂੰ ਮਤਲਬ ਕਿ ਉਹਨੂੰ ਜਦੋਂ 6th ਟਾਈਮ ਤੇ ਉਹ ਨੋਮੀਨੇਸ਼ਨ ਕੀਤਾ ਗਿਆ ਸੀ ਆਸਕਰ ਲਈ ਤੇ ਉਹਨੂੰ ਫਿਰ ਪਹਿਲੀ ਵਾਰ ਮਿਲਿਆ ਸੀ ਤੇ ਮਤਲਬ ਕਿ ਉਹਦੇ ਲਈ ਸਭ ਤੋਂ ਜ਼ਿਆਦਾ ਜਿਹੜਾ ਸੀ ਉਹਦੇ ਮਦਰ ਸਭ ਤੋਂ ਰਿਸਪੈਕਟਫੁਲੀ ਸ਼ਾਇਦ ਬਿਲਕੁਲ ਬਿਲਕੁਲ ਐਕਚੁਅਲੀ ਬੱਚੇ ਹੀ ਬਿਲੋਂਗ ਟੂ ਅ ਡਿਸਫੰਕਸ਼ਨਲ ਫੈਮਿਲੀ ਡਿਸਫੰਕਸ਼ਨਲ ਫੈਮਿਲੀ ਉਹ ਹੁੰਦੀ ਆ ਉਹ ਫੈਮਿਲੀ ਜਿਹੜੀ ਡਿਸਟਰਬਡ ਫੈਮਿਲੀ ਸਮਝਦੇ ਹੋ ਜਿਹਦੇ ਵਿੱਚ ਪੇਰੈਂਟਸ ਦੀ ਆਪਸ ਵਿੱਚ ਨਹੀਂ ਬਣਦੀ ਜਾਂ ਜਿਹਦੇ ਵਿੱਚ ਮਦਰ ਖਰਾਬ ਹੈ ਜਾਂ ਫਾਦਰ ਖਰਾਬ ਹੈ ਜਿਹਦਾ ਬੱਚਿਆਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਸੋ ਹੀ ਬਿਲੋਂਗ ਟੂ ਅ ਡਿਸਟਰਬਡ ਫੈਮਿਲੀ ਉਹਦੇ ਮਦਰ ਫਾਦਰ ਦਾ ਡਿਵੋਰਸ ਹੋ ਗਿਆ ਸੀ ਯੈਸ ਯੈਸ ਤੇ ਉਹਦੀ ਮਦਰ ਨੇ ਉਹਨੂੰ ਇਹ ਸਿਖਾਇਆ ਸੀ ਕਿ ਤੂੰ ਲਾਈਫ ਵਿੱਚ ਜਿੰਨਾ ਮਰਜ਼ੀ ਉੱਚਾ ਚਲਾ ਜਾ ਯੂ ਹੈਵ ਟੂ ਬੀ ਵਿਦ ਯੋਰ ਰੂਟਸ ਤੇ ਤੂੰ ਆਪਣੇ ਰੂਟਸ ਦੇ ਨਾਲ ਤੈਨੂੰ ਰਹਿਣਾ ਪਏਗਾ ਉਹਦੇ ਵਿੱਚ ਇੱਕ ਇਹ ਸਭ ਤੋਂ ਵੱਡੀ ਸਿੱਖਿਆ ਸੀ ਤੇ ਲਾਸਟ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਉਹ ਫਿਲੈਂਥਰੋਪਿਸਟ ਹੈ ਉਹ ਫਿਲੈਂਥਰੋਪਿਸਟ ਹੁੰਦਾ ਉਹ ਲੋਕਾਂ ਲਈ ਕੰਮ ਕਰਦਾ ਹੈ ਦੇਖਿਆ ਕਿੰਨਾ ਮਤਲਬ ਉਹਦੇ ਚ ਅਸੀਂ ਬਹੁਤ ਕੁਝ ਲਰਨ ਕੀਤਾ ਉਹਦੇ ਵਿੱਚ ਇੱਕ ਚੀਜ਼ ਅਸੀਂ ਇਹ ਲਰਨ ਕੀਤੀ ਕਿ ਮਦਰ ਦੀ ਡੈਡੀਕੇਸ਼ਨ ਕਿ ਮਦਰ ਉਹਨੂੰ 3 ਘੰਟਾ ਡਰਾਈਵ ਕਰਕੇ ਲਿਆਂਦੀ ਸੀ ਟੂ ਸੋ ਦੈਟ ਹੀ ਕੁਡ ਫੋਲੋ ਹਿਸ ਪੈਸ਼ਨ ਉਹ ਆਪਣੇ ਪੈਸ਼ਨ ਨੂੰ ਫੋਲੋ ਕਰ ਸਕੇ ਹੀ ਵਾਂਟਡ ਟੂ ਬਿਕਮ ਐਨ ਐਕਟਰ ਹਾਂਜੀ ਇਹ ਪੁੱਛਣਾ ਸੀ ਕਿ ਉਹ ਕਹਿੰਦੇ ਪਏ ਸੀ ਕਿ ਡਿਫਰੈਂਟ ਸਕੂਲ ਚ ਲੈ ਕੇ ਜਾਂਦੇ ਸੀ ਮੀਨਿੰਗ ਕਿ ਇਹਦਾ ਕਿ ਉਹ ਇੱਕ ਓਪਰਚੁਨਿਟੀ ਉਹਨੂੰ ਮਿਲ ਸਕੇ ਬੱਚੇ ਡਿਫਰੈਂਟ ਸਕੂਲ ਹੁੰਦਾ ਹੈ ਕਿ ਇੱਕ ਸਕੂਲ ਹੁੰਦਾ ਜਿਹੜਾ ਐਕੈਡੈਮਿਕ ਜਿਵੇਂ ਸਾਡੇ ਸਕੂਲ ਹੈ ਐਕੈਡੈਮਿਕਸ ਨਾਲ ਰਿਲੇਟਡ ਹੈ ਨਾ ਹਾਂਜੀ ਕਿਉਂਕਿ ਐਕਟਿੰਗ ਸਿੱਖਣਾ ਚਾਹੁੰਦਾ ਸੀ ਤਾਂ ਉਹਦੇ ਲਈ ਐਕਟਿੰਗ ਸਕੂਲ ਲੈ ਕੇ ਜਾਂਦੀ ਸੀ ਉਹਨੂੰ ਓਕੇ ਉਹ ਅਲੱਗ ਸਕੂਲਸ ਹੁੰਦੇ ਨੇ ਜਿਵੇਂ ਮਿਊਜ਼ਿਕ ਸਕੂਲ ਅਲੱਗ ਹੋ ਗਿਆ ਐਕਟਿੰਗ ਸਕੂਲ ਅਲੱਗ ਹੋ ਗਿਆ ਅਸੀਂ ਕਹਿੰਦੇ ਆ ਇੰਡੀਆ ਦੇ ਵਿੱਚ ਮੁੰਬਈ ਦੇ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਹੈ NSD ਹੈ ਹਾਂਜੀ ਠੀਕ ਹੈ ਨਾ ਤਾਂ ਜਿਹਨੇ ਟੋਟਲੀ ਇਸੇ ਵਿੱਚ ਹੀ ਕੰਮ ਕਰਨਾ ਹੈ ਤਾਂ ਉਹ NSD ਜਾਂਦਾ ਹੈ ਇਸ ਤਰ੍ਹਾਂ ਹੁੰਦਾ ਹੈ ਓਕੇ ਇਹਦੇ ਲਈ ਜਿਵੇਂ ਹੁਣ ਕਿਸੇ ਨੇ ਫਾਈਨ ਆਰਟਸ ਕਰਨੀ ਹੈ ਉਹ ਸਿਰਫ ਟੋਟਲੀ ਫਾਈਨ ਆਰਟਸ ਹੀ ਇਨਵੋਲਵ ਹੋਣਾ ਚਾਹੁੰਦਾ ਉਹ ਕਹਿੰਦੇ ਮੁੰਬਈ ਚ ਹੈਗਾ JJ ਸਕੂਲ ਆਫ ਫਾਈਨ ਆਰਟਸ ਠੀਕ ਹੈ ਤਾਂ ਉਹ ਉਹਨੂੰ ਅਲੱਗ ਸਕੂਲ ਚ ਲੈ ਕੇ ਜਾਂਦੇ ਸੀ ਹਾਂਜੀ ਮੈਮ ਫਰਸਟ ਸਲਾਈਡ ਸ਼ੋ ਕਰ ਦੋ ਸਿਨੋਨਿਮਸ ਵਾਲੀ ਐਂਡ ਮੈਮ ਜੇ ਟਾਈਮ ਹੈਗਾ ਤਾਂ ਮੀਨਿੰਗ ਵੀ हाँ बच्चे बोलो मैम फर्स्ट स्लाइड शो करियो मैम हाँ मैं कर दिया बेटा किया मैंने हुने मैसेज आया मेरा इंटरनेट कनेक्शन बंद होने लग गया है हुने समवन हैज कम मेरा ब्रॉडबैंड बंद होने लग गया है तो विच अगर बंद हो जावे ते तुसी प्लीज लीव कर देना मीटिंग ठीक है ओके मैम हाँ जी बोलो बोलो जी हुन बोलो मैम सिनोनिम्स वाली स्लाइड शो कर दो हाँ जी कर दो मैं मीनिंग दस दूंगी किदा सारे हाँ जी मैम हाँ जी बेनिफिट मतलब लाभ एडवांटेज
बोल्ड मीन्स बहादुर, ब्रेव। ब्रीफ मीन्स छोटा, जिवें असीं कह इहदे ते ब्रीफ नोट लिखो, हाँ जी। है ना। काम मीन्स शांत, पीसफुल। कैप्चर मीन्स वर्ब है, कैप्चर मीन्स कब्जा करना, सीज करना, कब्जे विच ले लेना। कॉज मीन्स कारण, रीजन, व्हाट इज द कॉज बिहाइंड हिज इलनेस। कॉशियस मतलब अलर्ट, कॉशियस, ठीक है, केयरफुल जिन्हों ਅਸੀਂ ਕਹਿੰਦੇ ਆ। सेंटर मीन्स विच, मिडल मीन्स विच। मिडल ਅਸੀਂ यूज करते हैं ਜਿਵੇਂ ਦੋ ਚੀਜ਼ਾਂ ਦੇ ਵਿੱਚ, ਕੋਈ ਚੀਜ਼ ਅਸੀਂ ਉਹਨੂੰ ਮਿਡਲ ਕਹਿੰਦੇ ਆ। ਜਦੋਂ ਕੋਈ ਦੋ ਚੀਜ਼ਾਂ ਦੇ ਵਿੱਚ ਹੋਵੇ, ਮੱਧ ਦੇ ਵਿੱਚ ਅਸੀਂ ਮਿਡਲ ਕਹਿੰਦੇ ਆ। ਦੋਨਾਂ ਦਾ ਮਤਲਬ ਵਿੱਚ ਹੀ ਹੈ, ਪਰ ਸੈਂਟਰ ਅਸੀਂ ਕਹਿ ਦਿੰਦੇ ਜਿਵੇਂ ਸਰਕਲ ਦਾ ਸੈਂਟਰ ਹੈ, ਸੈਂਟਰ मतलब दोनों का विच ही है, विच। ओके मैम। ठीक है। सर्टन मीन्स निश्चित, यकीनन, श्योर। एंड चांस मीन्स अपॉर्चुनिटी, चांस, मौका। ठीक है। ਇੱਕ ਮੈਮ ਕੈਪਚਰ ਆਪਾਂ ਜਿੱਦਾਂ ਕਹਿੰਦੇ ਨੇ ਕਿ ਅਸੀਂ ਕੈਪਚਰ ਕਰ ਲਿਆ ਜਾਂ ਕੋਈ ਵੀ ਫੋਟੋ ਵਗੈਰਾ ਨੂੰ, ਉਹਦੇ ਲਈ ਵੀ ਮੈਮ ਇਹ ਜੈਮਨਦੀਪ ਸਿੰਘ ਨੇ ਲਿਖਿਆ ਸੀ ਕਿ ਪਿਕਚਰ ਨੂੰ ਕੈਪਚਰ ਕਰ ਲਿਆ ਸੀ, ਤੇ ਕੈਪਚਰ ਅਸੀਂ ਉੱਥੇ ਕਰਦੇ ਆ। ਸੀਜ਼ ਅਸੀਂ ਜ਼ਿਆਦਾਤਰ ਉੱਥੇ ਯੂਜ਼ ਕਰਦੇ ਆ ਜਿਵੇਂ ਕਿਸੇ ਦਾ ਸਮਾਨ ਜ਼ਬਤ ਹੋ ਜਾਂਦਾ ਹੈ ਨਾ, ਕੋਈ ਇਲੀਗਲ ਸਮਾਨ ਹੈ, ਕੋਈ ਕਿਸੇ ਇਲੀਗਲ ਦਵਾਈਆਂ ਨੇ, ਡਰੱਗਸ ਹੈ, ਅਸੀਂ ਕਹਿੰਦੇ ਆ ਜ਼ਬਤ ਹੋ ਗਈਆਂ, ਉੱਥੇ ਕਿਹਾ ਜਾਏਗਾ ਕਿ ਉਹਦਾ ਸਮਾਨ ਸੀਜ਼ ਹੋ ਗਿਆ, ਉਹਦਾ ਸਾਰਾ ਸਮਾਨ ਸੀਜ਼ ਹੋ ਗਿਆ। ਮੈਮ ਆਪਣਾ ਜੋ ਸਮਾਨ ਹੋਇਆ ਉਦਾਂ ਉਹ ਚੀਜ਼ ਉਹਦੇ ਲਈ ਯੂਜ਼ ਹੁੰਦਾ ਵਾ? ਨਹੀਂ ਬੇਟੇ, ਕੋਈ ਇਲੀਗਲ ਸਮਾਨ ਹੈ, ਜ਼ਬਤ ਹੋ ਜਾਂਦਾ, ਜਿਵੇਂ ਆਪਾਂ ਕਹਿੰਦੇ ਉਹਦਾ ਸੀਮੈਂਟ ਦਾ ਟਰੱਕ ਹੈ, ਉਹ ਜ਼ਬਤ ਹੋ ਗਿਆ, ਓਕੇ ਓਕੇ ਮੈਮ, ਸੀਜ਼ ਹੋ ਗਿਆ। ਠੀਕ ਹੈ। ਕੈਪਚਰ ਦੋਨਾਂ ਲਈ ਯੂਜ਼ ਕਰ ਸਕਦੇ ਆ, ਫੋਟੋਜ਼ ਲਈ ਵੀ ਕਰ ਸਕਦੇ ਆ, ਕਿਸੇ ਦਾ ਮਾਈਂਡ ਕੈਪਚਰ ਹੋ ਜਾਂਦਾ ਹੈ, ਕਿਸੇ ਦਾ ਦਿਮਾਗ ਕੈਦ ਹੋ ਜਾਂਦਾ ਹੈ ਕਿਸੇ ਦੀਆਂ ਗੱਲਾਂ ਵਿੱਚ, ਉਹ ਅਸੀਂ ਕਈ ਤਰੀਕੇ ਨਾਲ ਯੂਜ਼ ਕਰ ਸਕਦੇ। ਓਕੇ ਮੈਮ, ਹਾਂਜੀ, ਥੈਂਕ ਯੂ ਮੈਮ। ਓਕੇ ਜੀ। ਹਾਂਜੀ, ਇਹ ਕਿਹਨਾਂ ਦਾ ਹੈ? ਓਪੋ मैम ਹਾਂਜੀ ਹਾਂਜੀ ਬੋਲੋ। मैम जो तुसी लास्ट सेंटेंस समझाया से वो दोबारा समझा दो। बेटे ਉਹਦਾ ਸਕਰੀਨਸ਼ਾਟ ਲੈ ਲਓ। ਮਾਈ ਇੰਟਰਨੈਟ ਕਨੈਕਸ਼ਨ ਇਜ਼ ਗੋਇੰਗ ਟੂ ਸਟਾਪ ਐਨੀ ਟਾਈਮ। ਉਹ ਫਿਰ ਡਿਟੇਲ ਚ ਮੈਂ ਕੱਲ ਸਮਝਾ ਦਾਂਗੀ। ओके मैम। ਹਾਂਜੀ ठीक है। ਉਹਨੂੰ ਸਕਰੀਨਸ਼ਾਟ ਲੈ ਲਿਆ ਉਹਦਾ? मैम लिख लिया। हाँ लिख लिया ना, ਉਹਨੂੰ ਬਾਰ-ਬਾਰ ਸਟੱਡੀ ਕਰੋ, ਤੈਨੂੰ ਸਮਝ ਆ ਜਾਏਗਾ, ਆਈ ਐਮ श्योर। ओके मैम, ਹਾਂਜੀ थैंक यू। ਹਾਂਜੀ ਓਕੇ। ਹਾਂਜੀ, ਇਹ ਕਿਹਨਾਂ ਦਾ ਹੈ? ਓਪੋ ਰੇਜ਼ਡ ਹੈਂਡ। ਹਾਂਜੀ ਪੁੱਛੋ ਬੱਚੇ। हेलो मैम। ਹਾਂਜੀ ਬੋਲੋ। मैम थर्ड स्लाइड शो कर दो प्लीज। ਹਾਂਜੀ ਕਰ ਦਿੰਦੀ। This one? Yes मैम, थैंक यू मैम। ਹਾਂਜੀ ਹਾਂਜੀ।